ਹਾਂਜੀ ਦੀ ਜਿਹੜੀ ਕੁੰਡੀ ਆ ਸਲੋ ਤੋਂ ਹਿਲਦੀ ਆ ਤੇ ਅੱਛਾ ਠੀਕ ਹੈ। ਤੁਸੀਂ ਵਿਧਾਇਕ ਸਾਹਿਬ ਦੀ ਗੱਲ ਕਰ ਰਹੇ ਹੋ। ਬਿਲਕੁਲ ਜੇ ਵਿਧਾਇਕ ਸਾਹਿਬ ਮੀਟਿੰਗ 'ਚ ਆ ਸਕਦੇ ਆ ਤਾਂ ਉਹ ਮੀਟਿੰਗ ਕਰਦੇ ਆ। ਮੈਨੂੰ ਯਾਦ ਆ ਕਿ 18/11 ਨੂੰ ਮੀਟਿੰਗ ਰੱਖੀ, ਕੈਂਸਲ ਕਰ ਦਿੱਤੀ। ਸ਼ਾਇਦ ਵਿਧਾਇਕ ਸਾਹਿਬ ਨੂੰ ਕੰਮ ਹੋਊਗਾ। ਹਾਊਸ ਬਣੇ ਨੂੰ ਲਗਭਗ 7 ਤੋਂ 8 ਮਹੀਨੇ ਦਾ 8 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ। 8 ਮਹੀਨੇ ਦੇ ਵਿੱਚ ਪ੍ਰਧਾਨ ਜੀ ਨੇ 3 ਮੀਟਿੰਗਾਂ ਕੀਤੀਆਂ ਤੇ 5 ਮਹੀਨੇ ਮੀਟਿੰਗਾਂ ਨਹੀਂ ਕੀਤੀਆਂ। ਪ੍ਰੋਟੋਕੋਲਸ ਕੀ ਕਹਿੰਦੇ ਕਿ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਦੇਖੋ ਮਿਊਨਿਸਪਲ ਐਕਟ ਦੇ ਵਿੱਚ ਬਿਲਕੁਲ ਲਿਖਿਆ ਵੀ ਹਾਊਸ ਨੂੰ ਮੰਥਲੀ ਮੀਟਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਆ। ਪੁੱਛਣਾ ਚਾਹੁੰਦੇ ਸੀਗੇ ਵਿਧਾਇਕ ਸਾਹਿਬ ਨੂੰ, ਉਹਨਾਂ ਨੇ ਇੱਥੇ ਇੱਕ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਔਰ 4 ਮਹੀਨੇ ਪੂਰੇ ਸ਼ਹਿਰ ਦੇ ਅੰਦਰ ਬੋਰਡ ਲਾਏ ਗਏ ਵੀ ਮੈਂ ਇੰਡੋਰ ਸਟੇਡੀਅਮ ਨਵਾਂ ਸ਼ਹਿਰ ਵਾਸੀਆਂ ਨੂੰ ਦੇ ਰਿਹਾ ਔਰ ਚੌਂਕਾਂ ਦੇ ਵਿੱਚ ਖੜੇ ਕਰਕੇ ਨਗਰ ਕੌਂਸਲ ਦੀ ਉਦੋਂ ਇਲੈਕਸ਼ਨ ਸੀਗੀ। ਇਹਦਾ ਮਤਲਬ ਤੁਸੀਂ ਲੋਕਾਂ ਨਾਲ ਧੋਖਾ ਕੀਤਾ। ਲੋਕਾਂ ਨੂੰ ਇਹ ਗੱਲ ਕਹੀ ਗਈ ਇੰਡੋਰ ਸਟੇਡੀਅਮ ਬਣਾਤਾ ਜੀ ਵੀ ਜੇ ਸਟੇਡੀਅਮ ਨਾ ਬਣਿਆ ਮੈਨੂੰ ਵੋਟਾਂ ਨਾ ਪਾਇਆ, ਕਿਉਂਕਿ ਉਸ ਵੇਲੇ ਮਿਊਨਿਸਪਲ ਕਮੇਟੀ ਦਾ ਇਲੈਕਸ਼ਨ ਸੀ। ਇਲੈਕਸ਼ਨ ਖਤਮ ਹੋਇਆ ਤੇ ਉਹ ਨੀਂਹ ਪੱਥਰ ਵੀ ਨਹੀਂ ਲੱਗਾ, ਸਾਨੂੰ ਲੱਭਾ। ਅਸੀਂ ਤਾਂ ਨੀਂਹ ਪੱਥਰ ਲੱਭਣ ਜਾਂਦੇ ਆ ਵੀ ਉਹ ਨੀਂਹ ਪੱਥਰ ਹੈ ਕਿੱਥੇ ਆ। ਉਸ ਦਿਨ ਮਾਈ ਆਈ, ਮੇਰਾ ਆਪਣੇ ਅਥਰੂ ਨਿਕਲ ਗਏ। 150 ਰੁਪਇਆ ਖਰਚ ਕੇ ਵਿਧਾਇਕ ਸਾਹਿਬ ਦੀ ਕੋਠੀ ਗਈ ਤੇ ਵਿਧਾਇਕ ਸਾਹਿਬ ਦੇ ਉੱਥੇ ਪਤਾ ਨਹੀਂ ਪੀਏ ਸੀਗੇ, ਉਹਨਾਂ ਨੇ ਕਹਿਤਾ ਜੀ ਤੁਹਾਡੇ ਐਮਸੀ ਨੂੰ ਜਿਹੜਾ ਆ ਉਹ ਸਟicker ਦਿੱਤਾ ਗਿਆ। ਉਹ ਵਿਚਾਰੀ ਘਰ ਆਈ। ਮੈਂ ਕਿਹਾ ਮਾਤਾ ਮੈਨੂੰ ਕੋਈ ਸਟicker ਨਹੀਂ ਦਿੱਤਾ। ਇਹ ਸਵਾਲ ਅਸੀਂ ਪੁੱਛਣਾ ਚਾਹੁੰਦੇ ਸੀਗੇ ਪ੍ਰਧਾਨ ਸਾਹਿਬ ਨੂੰ, ਵਿਧਾਇਕ ਸਾਹਿਬ ਨੂੰ। ਪਿਛਲੇ ਸਮੇਂ ਤੋਂ ਦੇਖ ਰਿਹਾ ਵੀ ਪ੍ਰਧਾਨ ਜੀ ਜਿਹੜੇ ਸਾਡੇ ਵਰਗੇ ਆਪੋਜੀਸ਼ਨ ਦੇ ਚੁਣੇ ਕੌਂਸਲਰ ਆ, ਉਹਨਾਂ ਨੂੰ ਗੁੰਡੇ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ। ਪਹਿਲਾਂ ਵੀ ਜਦੋਂ ਅਸੀਂ ਇੱਕ ਵਾਰ ਸਵਾਲ ਜਵਾਬ ਕੀਤਾ, ਸਮੂਹ ਕੌਂਸਲਰ ਪ੍ਰਧਾਨ ਜੀ ਦੇ ਦਫ਼ਤਰ ਜਾ ਕੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਜੀ ਜੇ ਅੱਜ ਉਹਨਾਂ ਕੋਲ ਰਿਵਾਲਵਰ ਹੁੰਦਾ ਤਾਂ ਮੈਨੂੰ ਗੋਲੀ ਮਾਰ ਦਿੰਦੇ। ਸਵਾਲ ਕਰਦੇ ਆ ਵੀ ਤੁਸੀਂ ਕੌਂਸਲਰ ਹੈ ਜੀ, ਗਲੀ ਬਣਾ ਗਈ, ਤੁਸੀਂ ਪੈਸੇ ਖਾ ਗਏ, ਆ ਗਲੀ ਦਾ ਹਾਲ ਦੇਖੋ। ਤੇ ਪ੍ਰਧਾਨ ਜੀ ਉੱਥੇ ਆ ਕੇ ਜਵਾਬ ਦੇਣ। ਜਿਹਨਾਂ ਤੋਂ ਉਦਘਾਟਨ ਕਰਾਉਂਦੇ ਆ ਘਟੀਆ ਮਟੀਰੀਅਲ ਵਰਤ ਹੋ ਰਿਹਾ, ਪ੍ਰਧਾਨ ਜੀ ਤੇ ਇਲਜ਼ਾਮ ਲੱਗ ਰਹੇ ਆ ਭ੍ਰਿਸ਼ਟਾਚਾਰ ਦਾ ਅੱਡਾ ਮਿਊਨਿਸਪਲ ਕਮੇਟੀ ਬਣਾਤਾ। ਸਵਾਲ ਕੀਤਾ ਸੀਗਾ ਵੀ ਦੇਖੋ ਪ੍ਰਧਾਨ ਜੀ ਨਵੇਂ ਬਣੇ ਆ, ਮੈਂ ਪ੍ਰਧਾਨ ਜੀ ਤੇ ਨਹੀਂ ਇਲਜ਼ਾਮ ਲਾਉਂਦਾ। ਪ੍ਰਧਾਨ ਜੀ ਦੀ ਇਮਾਨਦਾਰੀ ਦਾ ਇੱਥੋਂ ਪਤਾ ਲੱਗ ਜਾਣਾ ਕਿ ਇਹਦੀ ਜਿਹੜੀ ਪੇਮੈਂਟ ਆ, ਇਹ ਸੜਕ ਹੁਣ ਬਣੀ ਆ, ਕਿਉਂਕਿ ਜਿੱਦਣ ਬਣੀ ਆ ਉਦੋਂ ਪ੍ਰਧਾਨ ਨਹੀਂ ਸੀਗੇ ਤੇ ਲੇਕਿਨ ਉਹਨਾਂ ਦੀ ਇਮਾਨਦਾਰੀ ਇਹ ਸੜਕ ਤੋਂ ਪਤਾ ਲੱਗ ਜਾਣੀ ਆ ਵੀ ਉਹਨਾਂ ਦੀ ਇਮਾਨਦਾਰੀ ਕਿੰਨੀ ਕਿਆ। ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਮੀਡੀਆ ਦੇ ਚੈਨਲ ਤੇ ਆ ਕੇ ਕਿਹਾ ਕਿ ਮੈਂ ਇਸ ਸੜਕ ਦੀ ਅਦਾਇਗੀ ਨਹੀਂ ਕਰੂੰਗਾ, ਇਹ ਸੜਕ ਦੁਬਾਰਾ ਜਿਹੜੀ ਆ ਸਹੀ ਕਰਾਈ ਜਾਊਗੀ। ਕੀਤਾ ਕਿ ਉਹਦੇ ਤੇ ਪੱਚ ਲਾਤੇ। ਪੱਚ ਲਾਉਣ ਤੋਂ ਬਾਅਦ ਚੋਰ ਦਰਵਾਜ਼ੇ ਰਾਹੀਂ ਉਸ ਠੇਕੇਦਾਰ ਦੀ ਅਦਾਇਗੀ ਕਰ ਦਿੱਤੀ। ਅਦਾਇਗੀ ਹੋ ਚੁੱਕੀ ਹੈ ਜੀ। ਬਿਲਕੁਲ ਇਹੀ ਤਾਂ ਐਡੇ ਮਜ਼ਬੂਤ ਖੰਭੇ ਜਿੱਥੇ ਲਾਈਟਾਂ LED ਕੰਪਨੀ ਨੇ ਸਿਰਫ ਲਾਉਣੀਆਂ ਸੀਗੀਆਂ, ਤੁਸੀਂ ਤਾਂ ਖੰਭੇ ਪੁੱਟ ਦਿੱਤੇ। ਤੇ ਅੱਜ ਜਿਹੜੇ ਖੰਭੇ ਲਾਏ ਆ ਉਹ ਇੰਨੇ ਹਲਕੇ ਇੰਨੇ ਘਟੀਆ ਮਿਆਰ ਦੇ ਲੱਗੇ ਆ, ਜਿਹੜੇ ਤੁਸੀਂ ਪਹਿਲੇ ਐਡੇ ਮਜ਼ਬੂਤ ਖੰਭੇ ਪੱਟ ਦਿੱਤੇ। ਤੁਸੀਂ ਇਹ ਪੈਸੇ ਦਾ ਮਿਸਯੂਜ਼ ਕਰ ਰਹੇ ਆ। ਇਹ ਜਿੱਥੇ ਲਾਈਟ ਦੀ ਲੋੜ ਹੈ ਉੱਥੇ ਲਾਈਟ ਤਾਂ ਲਾਈ ਨਹੀਂ ਤੁਸੀਂ। ਜੇ ਹੁਣ ਤੁਹਾਡੀ ਕਾਰ ਦੀ ਲਾਈਟ ਖਰਾਬ ਹੋ ਗਈ ਤਾਂ ਤੁਸੀਂ ਲਾਈਟ ਠੀਕ ਕਰਾਉਂਗੇ ਕਿ ਕਾਰੇ ਬਦਲ ਦੋਗੇ? ਇਹ ਤਾਂ ਕਮਾਲ ਦੀ ਵੀਡੀਓ ਦੇਖੀ ਜਿਹੜੀ ਸਾਡੇ ਚੈਨਲ ਦੀ ਚੱਲੀ ਆ। ਉਹ ਕਹਿੰਦੇ ਕਿ ਡਿਵੈਲਪਮੈਂਟ ਦੇ ਨਾਮ ਤੇ ਸਾਡੇ ਨਾਲ ਕੋਈ ਡਿਸਕਸ਼ਨ ਨਹੀਂ ਕਰ ਸਕਦਾ, ਕੋਈ ਡਿਬੇਟ ਨਹੀਂ ਕਰ ਸਕਦਾ। ਦੇਖੋ ਜੇ MLA ਸਾਹਿਬ ਕਹਿੰਦੇ ਸਤਿਕਾਰਯੋਗ ਵਿਧਾਇਕ, ਤੇ ਉਹ ਰੇਲਵੇ ਰੋਡ ਦੀ ਸੜਕ ਜਾ ਕੇ ਦੇਖ ਲੈਣ, ਸ਼ੋਕਰਾ ਮਹੱਲੇ ਵਾਲੀ ਸੜਕ ਦੇਖ ਲੈਣ, ਜੱਟਾਂ ਵਾਲੇ ਵਾਲੀ ਸੜਕ ਦੇਖ ਲੈਣ, ਹੋਰ ਜਿਹੜੀਆਂ ਕੰਕਰੀਟ ਦੀਆਂ ਸੜਕਾਂ ਬਣੀਆਂ ਉਹ ਦੇਖ ਲੈਣ। ਉਹਨਾਂ ਦੇ ਵਿੱਚ ਤਾਂ ਪਾਣੀ ਦਾ ਲੈਵਲ ਤੱਕ ਨਹੀਂ ਕੱਢਿਆ ਗਿਆ। ਜੇ ਹਾਂਜੀ ਅੱਧੇ ਘੰਟੇ ਬਾਅਦ ਤਾਂ ਸ਼ਹਿਰ ਦੇ ਵਿੱਚ ਘੁੰਮਦੇ ਸੀਗੇ। ਸਾਨੂੰ ਤਾਂ ਪਤਾ ਨਹੀਂ ਕਦੋਂ ਚੰਡੀਗੜ੍ਹ ਗਏ, ਕਦੋਂ ਵਾਪਸ ਆ ਗਏ। ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ MLA ਸਾਹਿਬ ਦੀ ਜੀ। ਅਤੇ ਉਹ ਮੈਨੂੰ ਲੱਗਦਾ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਪ੍ਰਧਾਨ ਜੀ, ਕਿਉਂਕਿ ਇਹ ਤਾਂ ਹੁਣ ਵਿਧਾਇਕ ਸਾਹਿਬ ਦੱਸ ਸਕਦੇ ਵੀ ਉਹ ਪੈਸੇ ਵਾਪਸ ਕਿਉਂ ਮੰਗ ਰਹੇ ਆ। ਜਦੋਂ ਆਪਾਂ ਕਿਸੇ ਨੂੰ ਡਿਵੈਲਪਮੈਂਟ ਲਈ ਚੈੱਕ ਦੇ ਦਿੱਤਾ ਤਾਂ ਅਸੀਂ ਵਾਪਸ ਕਿਉਂ ਮੰਗ ਰਹੇ ਆ? ਉਹ ਪੰਚਾਇਤਾਂ ਪਿਛਲੇ 75 ਸਾਲਾਂ ਤੋਂ ਕਈ ਸਰਕਾਰਾਂ ਆਈਆਂ ਤੇ ਕਈ ਚਲੇ ਗਈਆਂ। ਹਰ ਕੋਈ ਤਰੱਕੀ ਦੀ ਗੱਲ ਕਰਦਾ ਹੈ, ਪਰ ਅਫਸੋਸ ਤਰੱਕੀ ਕਿਤੇ ਵੀ ਨਜ਼ਰ ਨਾ ਆਈ ਦੋਸਤੋ। ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਮੌਸਮ ਠੰਡਾ ਹੈ, ਪਰ ਸਿਆਸਤ ਪਈ ਹੈ ਗਰਮਾਈ ਦੋਸਤੋ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ। ਸਿਆਸਤ ਦੀ ਗੱਲ ਕੀਤੀ ਔਰ ਨਵਾਂ ਸ਼ਹਿਰ ਦੀ ਸਿਆਸਤ ਦੀ ਗੱਲ ਕੀਤੀ ਹੈ ਤਾਂ ਇੱਕ ਗੱਲ ਯਾਦ ਆਉਂਦੀ ਹੈ। ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਜੇ ਕੋਈ ਜ਼ਿਆਦਾ ਉੱਚੀ ਬੋਲੇ, ਜ਼ਿਆਦਾ ਜ਼ੋਰ ਦੀ ਬੋਲੇ, ਜ਼ਿਆਦਾ ਗੁੱਸੇ 'ਚ ਬੋਲੇ ਤਾਂ ਕਈ ਵਾਰੀ ਉਹ ਬੰਦਾ ਸੱਚਾ ਹੁੰਦਾ। ਪਰ ਅਫਸੋਸ ਦੀ ਗੱਲ ਫਿਰ ਤੋਂ ਹੈ, ਸਾਡੇ ਨਵੇਂ ਸ਼ਹਿਰ ਵਿੱਚ ਤਾਂ ਹਰ ਇੱਕ ਸਿਆਸਤਦਾਨ ਗੁੱਸੇ 'ਚ ਬੋਲਦਾ ਹੈ, ਜ਼ੋਰ ਦੀ ਬੋਲਦਾ ਹੈ ਅਤੇ ਉੱਚੀ ਬੋਲਦਾ ਹੈ। ਜੀ ਬਿਲਕੁਲ ਤੁਸੀਂ ਸਹੀ ਸਮਝੇ। ਅਸੀਂ ਨਗਰ ਕੌਂਸਲ ਵਿੱਚ ਹੋਈ ਮੀਟਿੰਗ ਦੀ ਗੱਲ ਕਰ ਰਹੇ ਹਾਂ, ਜਿਹਦੇ ਵਿੱਚ ਓਪੋਜੀਸ਼ਨ ਬਹੁਤ ਸਾਰੇ ਸਵਾਲ ਲੈ ਕੇ ਖੜੀ ਸੀ। ਪਰ ਫਿਰ ਅਫਸੋਸ ਕਿ ਮੌਜੂਦਾ ਨਾ ਨਗਰ ਕੌਂਸਲ ਦੇ ਪ੍ਰਧਾਨ ਉੱਥੇ ਪਹੁੰਚੇ, ਨਾ ਕਾਂਗਰਸ ਦਾ ਕੋਈ ਹੋਰ MC ਪਹੁੰਚਿਆ ਅਤੇ ਨਾ ਹੀ ਮੌਜੂਦਾ ਵਿਧਾਇਕ ਪਹੁੰਚੇ।
ਕੀ ਸਵਾਲ ਕੀ ਸਨ ਓਪੋਜੀਸ਼ਨ ਦੇ ਔਰ ਕਿਹੜੇ ਜਵਾਬ ਮੰਗਣਾ ਚਾਹੁੰਦੇ ਸਨ ਉਹ ਰੂਲਿੰਗ ਪਾਰਟੀ ਤੋਂ? ਇਹਨਾਂ ਹਰ ਇੱਕ ਗੱਲ ਉੱਤੇ ਚਾਨਣਾ ਪਾਉਣ ਲਈ ਅਸੀਂ ਪਹੁੰਚੇ ਹਾਂ ਜੀ ਪਰਮ ਖਾਲਸਾ ਜੀ ਦੇ ਘਰ। ਪਹਿਲਾਂ ਖਾਲਸਾ ਦਾ ਸਵਾਗਤ ਕਰਦੇ ਹਾਂ, ਫਿਰ ਪੂਰੀ ਗੱਲਬਾਤ ਕਰਾਂਗੇ। ਬਹੁਤ ਨਿੱਘਾ ਸਵਾਗਤ ਹੈ ਖਾਲਸਾ ਜੀ। ਧੰਨਵਾਦ ਜੀ ਸੂਰੀ ਸਾਹਿਬ ਜੀ। ਖਾਲਸਾ ਜੀ, ਸਵਾਲ ਬਹੁਤ ਨੇ, ਢੇਰ ਸਾਰੇ ਨੇ। ਸੁਬਾਹ ਸਾਡੀ ਆਡੀਅנס ਨੇ ਵੀਡੀਓ ਵੀ ਦੇਖ ਲਈ ਹੈ। ਹਾਲਾਂਕਿ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਅਸੀਂ ਖਾਲਸਾ ਜੀ ਨਾਲ ਇਹ 1-on-1 ਜਿਹੜੀ ਇੰਟਰਵਿਊ ਨਹੀਂ ਕਰਨਾ ਚਾਹੁੰਦੇ ਸੀ, 1-to-1 ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਚਾਹੁੰਦੇ ਸੀ ਇਹ ਡਿਸਕਸ਼ਨ ਹੋਵੇ, ਡਿਬੇਟ ਹੋਵੇ, ਜਿਵੇਂ ਪ੍ਰਧਾਨ ਜੀ ਨੇ ਵੀਡੀਓ 'ਚ ਕਿਹਾ, ਜਿਵੇਂ ਵਿਧਾਇਕ ਸਾਹਿਬ ਨੇ ਕਿਹਾ। ਪਰ ਫਿਰ ਕੁਝ ਰੁਝੇਵਿਆਂ ਕਰਕੇ ਜਿਹੜੇ ਪ੍ਰਧਾਨ ਜੀ ਨੇ ਉਹ ਸਾਡੇ ਨਾਲ ਡਿਸਕਸ਼ਨ ਨਹੀਂ ਕਰ ਰਹੇ, ਡਿਬੇਟ ਨਹੀਂ ਕਰ ਰਹੇ, ਤਾਂ ਅਸੀਂ ਸਿੱਧੇ ਸਵਾਲ ਜਿਹੜੇ ਉਹ ਖਾਲਸਾ ਜੀ ਤੋਂ ਲੈ ਰਹੇ ਹਾਂ। ਖਾਲਸਾ ਜੀ, ਪਹਿਲਾ ਸਵਾਲ, ਉਹ ਕਹਿੰਦੇ ਤੁਸੀਂ ਜਿਸ ਦਿਨ ਨਗਰ ਕੌਂਸਲ ਦੀ ਮੀਟਿੰਗ ਸੀ ਤੁਸੀਂ ਲੋਕ ਡਰਾਤੇ, ਮੁਲਾਜ਼ਮ ਡਰਾਤੇ, ਇਹ ਗੱਲ ਸੱਚ ਹੈ? ਦੇਖੋ, ਬੜੀ ਹਾਸੋਹੀਣ ਗੱਲ ਆ। ਜਿਹੜੇ ਮੁਲਾਜ਼ਮ ਹੁੰਦੇ ਆ, ਅਸੀਂ ਨਗਰ ਕੌਂਸਲ ਦੇ ਚੁਣੇ ਪਾਰਸ਼ਦ ਆ, ਮੁਲਾਜ਼ਮ ਤਾਂ ਸਾਂਝੇ ਹੁੰਦੇ ਆ। ਤੇ ਉਸ ਦਿਨ ਸਾਰਾ ਮੀਡੀਆ ਵੀ ਉੱਥੇ ਸੀਗਾ ਤੇ ਖੁਦ ਤੁਸੀਂ ਵੀ ਉੱਥੇ ਸੀਗੇ, ਤੁਸੀਂ ਵੀ ਲਾਈਵ ਕਰ ਰਹੇ ਸੀਗੇ। ਤੇ ਕੀ ਤੁਹਾਨੂੰ ਮੁਲਾਜ਼ਮਾਂ ਦੇ ਚਿਹਰੇ ਤੋਂ ਲੱਗਦਾ ਕਿ ਮੁਲਾਜ਼ਮ ਉੱਥੇ ਡਰਾਏ ਗਏ ਸੀਗੇ, ਧਮਕਾਏ ਗਏ ਸੀਗੇ? ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ ਵੀ ਪ੍ਰਧਾਨ ਜੀ ਜਿਹੜੇ ਸਾਡੇ ਵਰਗੇ ਓਪੋਜੀਸ਼ਨ ਦੇ ਚੁਣੇ ਕੌਂਸਲਰ ਆ, ਉਹਨਾਂ ਨੂੰ ਗੁੰਡੇ ਬਣਾਉਣ 'ਚ ਕੋਈ ਕਸਰ ਨਹੀਂ ਛੱਡ ਰਹੇ। ਪਹਿਲਾਂ ਵੀ ਜਦੋਂ ਅਸੀਂ ਇੱਕ ਵਾਰ ਸਵਾਲ ਜਵਾਬ ਕੀਤਾ, ਸਮੂਹ ਕੌਂਸਲਰ ਪ੍ਰਧਾਨ ਜੀ ਦੇ ਦਫ਼ਤਰ ਜਾ ਕੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਜੀ ਜੇ ਅੱਜ ਉਹਨਾਂ ਕੋਲ ਰਿਵਾਲਵਰ ਹੁੰਦਾ ਤਾਂ ਮੈਨੂੰ ਗੋਲੀ ਮਾਰ ਦਿੰਦੇ। ਤਾਂ ਦੇਖੋ ਕਿੱਡੀ ਵੱਡੀ ਗੱਲ ਆ। ਅਸੀਂ ਉਹਨਾਂ ਨੂੰ ਹਮੇਸ਼ਾ ਸਤਿਕਾਰ ਦਿੱਤਾ। ਉਹ ਚਾਹੇ ਪ੍ਰਧਾਨ ਜੀ ਸਮਝਦੇ ਆ ਕਿ ਮੈਂ ਕਾਂਗਰਸ ਦਾ ਪ੍ਰਧਾਨ ਆ, ਲੇਕਿਨ ਉਹ ਸਾਡੇ ਵੀ ਪ੍ਰਧਾਨ ਆ। ਸਾਡੇ ਦਿਲ 'ਚ ਉਹਨਾਂ ਦੇ ਪ੍ਰਤੀ ਪੂਰਾ ਸਤਿਕਾਰ ਆ, ਚਾਹੇ ਉਹ ਸਾਡੇ ਲਈ ਭੱਦੀ। ਇੱਦਾਂ ਕਿਉਂ ਕਹਿੰਦੇ ਤੁਸੀਂ ਆ ਕੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਡਰਾਇਆ? ਸਵੇਰੇ 9:30 ਵਜੇ ਕਹਿੰਦੇ ਜਿਹੜੇ ਮੁਲਾਜ਼ਮ ਉਹ ਡਰਾਏ ਗਏ। ਦੇਖੋ, ਪਹਿਲੀ ਗੱਲ ਤਾਂ ਮੁਲਾਜ਼ਮ ਕਿਸੇ ਤੋਂ ਡਰਦੇ ਨਹੀਂ, ਨਾ ਕਿਸੇ ਦੇ ਮਤਹਿਤ ਆ। ਪ੍ਰਧਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਪਹਿਲਾਂ ਤਾਂ ਤੁਸੀਂ ਮੀਟਿੰਗ ਰੱਖਦੇ ਆ, ਫਿਰ ਜਦੋਂ ਤੁਹਾਡਾ ਦਿਲ ਕਰਦਾ, ਜਦੋਂ ਤੁਹਾਨੂੰ ਲੱਗਦਾ ਕਿ ਕੱਲ੍ਹ ਨੂੰ ਮੈਨੂੰ ਸਵਾਲ ਜਵਾਬ ਹੋਊਗੇ ਤਾਂ ਤੁਸੀਂ ਭੱਜ ਜਾਂਦੇ ਆ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਹਾਊਸ ਬਣੇ ਨੂੰ ਲਗਭਗ 7 ਤੋਂ 8 ਮਹੀਨੇ ਦਾ 8 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ। 8 ਮਹੀਨੇ ਦੇ ਵਿੱਚ ਪ੍ਰਧਾਨ ਜੀ ਨੇ 3 ਮੀਟਿੰਗਾਂ ਕੀਤੀਆਂ ਤੇ 5 ਮਹੀਨੇ ਮੀਟਿੰਗਾਂ ਨਹੀਂ ਕੀਤੀਆਂ। ਪ੍ਰੋਟੋਕੋਲਸ ਕਹਿੰਦੇ ਕਿ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਦੇਖੋ, ਮਿਊਨਿਸਪਲ ਐਕਟ ਦੇ ਵਿੱਚ ਬਿਲਕੁਲ ਲਿਖਿਆ ਵੀ ਹਾਊਸ ਨੂੰ ਮੰਥਲੀ ਮੀਟਿੰਗ ਜਿਹੜੀ ਆ ਉਹ ਕਰਨੀ ਚਾਹੀਦੀ ਆ। ਮੈਂ ਪ੍ਰਧਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਪਹਿਲਾਂ ਤੁਸੀਂ 31/5 ਨੂੰ ਪਹਿਲੀ ਮੀਟਿੰਗ ਕੀਤੀ, ਜਿਹੜੀ ਪਹਿਲੀ ਮੀਟਿੰਗ ਹੋਈ DC ਆਫਿਸ ਦੇ ਵਿੱਚ। ਉਸ ਤੋਂ ਬਾਅਦ ਫਿਰ ਤੁਸੀਂ ਮੀਟਿੰਗ ਨਹੀਂ ਕੀਤੀ, ਫਿਰ ਤੁਸੀਂ 19/7 ਨੂੰ ਕੀਤੀ, 6ਵੇਂ ਮਹੀਨੇ ਫਿਰ ਮੀਟਿੰਗ ਨਹੀਂ ਕੀਤੀ। 7ਵੇਂ ਮਹੀਨੇ ਮੀਟਿੰਗ ਕਰਨ ਤੋਂ ਬਾਅਦ ਪ੍ਰਧਾਨ ਜੀ ਨੇ 18/11/2021 ਨੂੰ ਮੀਟਿੰਗ ਰੱਖੀ ਤੇ ਉਸ ਵਕਤ ਵੀ ਪ੍ਰਧਾਨ ਜੀ ਨੇ ਸਾਨੂੰ ਇਹ ਮੈਸੇਜ ਭੇਜਤਾ ਕਿ ਮੈਨੂੰ ਜ਼ਰੂਰੀ ਕੰਮ ਆ ਜੀ ਤੇ ਮੈਂ ਮੀਟਿੰਗ ਜਿਹੜੀ ਆ ਉਹ ਨਹੀਂ ਕਰ ਸਕਦਾ, ਇਹ ਮੁਲਤਵੀ ਕੀਤੀ ਜਾਂਦੀ ਆ। ਤੁਹਾਨੂੰ ਕੀ ਲੱਗਦਾ ਜਿਹੜੇ ਪ੍ਰਧਾਨ ਜੀ ਨੇ 11ਵੇਂ ਮਹੀਨੇ ਵੀ ਮੀਟਿੰਗ ਕੈਂਸਲ ਕੀਤੀ, ਹੁਣ ਤੁਸੀਂ ਕਹਿੰਦੇ ਹੋ ਕਿ ਪਹਿਲੇ ਮਹੀਨੇ ਵੀ ਜਿਹੜੀ ਮੀਟਿੰਗ ਕੈਂਸਲ ਕਰ ਦਿੱਤੀ ਆ, ਕਾਰਨ ਕੀ ਹੈ? ਪ੍ਰਧਾਨ ਜੀ ਤੁਹਾਨੂੰ ਫੇਸ ਨਹੀਂ ਕਰਨਾ ਚਾਹੁੰਦੇ? ਤੁਹਾਨੂੰ ਕੀ ਲੱਗਦਾ ਕਿ ਕਮੀ ਪੇਸ਼ੀ ਕਿੱਥੇ ਆ? ਦੇਖੋ, ਪ੍ਰਧਾਨ ਜੀ ਦੀ ਜਿਹੜੀ ਕੁੰਡੀ ਆ ਸਲੋਅ ਤੋਂ ਹਿਲਦੀ ਆ ਤੇ ਅੱਛਾ ਠੀਕ ਹੈ। ਤੁਸੀਂ ਵਿਧਾਇਕ ਸਾਹਿਬ ਦੀ ਗੱਲ ਕਰ ਰਹੇ ਹੋ? ਬਿਲਕੁਲ, ਜੇ ਵਿਧਾਇਕ ਸਾਹਿਬ ਮੀਟਿੰਗ 'ਚ ਆ ਸਕਦੇ ਆ ਤਾਂ ਉਹ ਮੀਟਿੰਗ ਕਰਦੇ ਆ। ਮੈਨੂੰ ਯਾਦ ਆ ਕਿ 18/11 ਨੂੰ ਮੀਟਿੰਗ ਰੱਖੀ, ਕੈਂਸਲ ਕਰ ਦਿੱਤੀ। ਸ਼ਾਇਦ ਵਿਧਾਇਕ ਸਾਹਿਬ ਨੂੰ ਕੰਮ ਹੋਊਗਾ, ਲੇਕਿਨ ਪ੍ਰੋਟੋਕੋਲ ਮੁਤਾਬਕ ਜਦੋਂ ਤੁਸੀਂ ਕੋਈ ਮੀਟਿੰਗ ਦਾ ਏਜੰਡਾ ਕੱਢ ਦਿੰਦੇ ਆ, ਤੁਹਾਨੂੰ ਕੰਮ ਪੈ ਗਿਆ, ਸੀਨੀਅਰ ਪ੍ਰਧਾਨ ਬੈਠਾ, ਜੂਨੀਅਰ ਬੈਠਾ, ਮਿਊਨਿਸਪਲ ਐਕਟ 'ਚ ਪ੍ਰੋਵੀਜ਼ਨ ਆ ਜੇ ਸੀਨੀਅਰ ਨਹੀਂ, ਜੇ ਪ੍ਰਧਾਨ ਕਿਤੇ ਗਿਆ ਸੀਨੀਅਰ ਕਰ ਸਕਦਾ, ਸੀਨੀਅਰ ਨਹੀਂ ਹੈਗਾ ਜੂਨੀਅਰ ਕਰ ਸਕਦਾ, ਜੇ ਜੂਨੀਅਰ ਨਹੀਂ ਵੀ ਹੈਗਾ ਤਾਂ ਵੀ ਹਾਊਸ ਦੇ ਵਿੱਚ ਜਿਹੜੇ ਮੈਂਬਰ ਆ ਉਹ ਹਾਜ਼ਰ ਹੋ ਕੇ ਕਿਸੇ ਨੂੰ ਵੀ ਜਿਹੜਾ ਉਸ ਮੀਟਿੰਗ ਦਾ ਪ੍ਰਧਾਨ ਨਿਯੁਕਤ ਕਰ ਸਕਦੇ ਆ। ਤਾਂ ਬਾਕੀ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ, ਪਾਰਸ਼ਦ ਨੇ, ਉਹ ਵੀ ਨੇ, ਉਹਦਾ ਕੀ ਕਾਰਨ ਹੈ? ਉਹ ਵੀ ਉਹਨਾਂ ਦੀ ਵੀ ਜਿਹੜੀ ਕੁੰਡੀ ਆ ਸਲੋ ਤੋਂ ਹੀ ਚੱਲਦੀ ਹੈ। ਦੇਖੋ, ਜਿਹੜਾ ਪ੍ਰਧਾਨ ਇੱਕ ਰਬੜ ਦੀ ਸਟੈਂਪ ਆ ਵੀ ਜੇ ਉਹਨੂੰ ਤੁਣਕਾ ਵੱਜ ਜਾਂਦਾ ਤੇ ਉਹਨਾਂ ਉਹ ਕੰਮ ਕਰ ਦਿੰਦਾ ਵਿਚਾਰਾ। ਤੇ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਪ੍ਰਧਾਨ ਸਾਹਿਬ ਨੂੰ ਕਿ ਕਿਆ ਕਾਂਗਰਸ ਤੋਂ ਤੁਹਾਡੇ ਤੋਂ ਕਾਬਲ ਕੋਈ ਕਾਂਗਰਸ ਦੇ ਵਿੱਚ ਕੌਂਸਲਰ ਹੈ ਨਹੀਂ? ਕਿਆ ਜਿਹਨਾਂ ਨੂੰ ਤੁਸੀਂ ਸੀਨੀਅਰ ਬਣਾਇਆ, ਕਿਆ ਤੁਹਾਨੂੰ ਉਹਨਾਂ ਦੀ ਕਾਬਲੀਅਤ 'ਤੇ ਸ਼ੱਕ ਆ? ਕਿਆ ਜਿਹੜੇ ਤੁਹਾਡੇ ਕਾਂਗਰਸ ਦੇ ਕੌਂਸਲਰ ਆ, ਕਿਆ ਤੁਹਾਡੇ ਤੋਂ ਕੋਈ ਸਿਆਣਾ ਕੌਂਸਲਰ ਹੈ ਨਹੀਂ ਜਿਹੜਾ ਮੀਟਿੰਗ ਕਰ ਸਕਦਾ? ਪਰ ਖਾਲਸਾ ਜੀ, ਇਹ ਕਾਰਨ ਤਾਂ ਨਹੀਂ ਹੋ ਸਕਦਾ ਜਿਵੇਂ ਲਲਿਤ ਮੋਹਨ ਪਾਠਕ ਜੀ ਨੇ ਉਦੋਂ ਕਿਹਾ ਕਿ ਤੁਸੀਂ WhatsApp 'ਤੇ ਕੁਝ ਪਾ ਦਿੱਤਾ ਸੀਗਾ, WhatsApp ਔਰ Facebook 'ਤੇ, ਕਿ ਅਕਾਲੀ BSP ਦੇ ਜਿਹੜਾ ਗੱਠਜੋੜ ਦੇ ਨੁਮਾਇੰਦੇ ਨੇ ਨਛੱਤਰਪਾਲ ਜੀ ਔਰ ਤੁਹਾਡੇ ਜਿਹੜੇ ਸਪੋਰਟਰਸ ਨੇ ਉਹ ਜਿਹੜੇ ਆ ਕੇ ਧਰਨਾ ਦੇਣਗੇ ਕਮੇਟੀ ਘਰ ਦੇ ਅੰਦਰ, ਇਹ ਕਾਰਨ ਤਾਂ ਨਹੀਂ ਸੀਗਾ? ਦੇਖੋ, ਪਹਿਲੀ ਗੱਲ ਤਾਂ ਲੋਕਤੰਤਰ ਅੰਦਰ ਕਿਸੇ ਨੂੰ ਵੀ ਗੱਲ ਕਹਿਣ ਦਾ ਅਧਿਕਾਰ ਆ।
ਜਿਹੜੀ 18/11 ਨੂੰ ਮੀਟਿੰਗ ਕੈਂਸਲ ਕੀਤੀ ਆ ਪ੍ਰਧਾਨ ਜੀ ਉਹਦਾ ਤਾਂ ਜਵਾਬ ਦੇ ਦੇਣ। ਉਦਣ ਵੀ ਤੁਹਾਨੂੰ ਕੰਮ ਪੈ ਗਿਆ, ਹੁਣ ਇਹ ਤਾਂ ਬਹਾਨੇ ਆ। ਹੁਣ ਮੀਟਿੰਗ ਤੁਹਾਨੂੰ ਇਕੱਠ ਕਰਨ ਦੀ ਕੀ ਲੋੜ ਪੈ ਗਈ? ਜੇ ਸਵਾਲ ਸੀਗੇ ਜੋ ਵੀ ਨਛੱਤਰਪਾਲ ਜੀ ਨੇ ਪੁੱਛਣੇ ਸੀ ਉਹ ਪਿੰਡਾਂ 'ਚ ਪੁੱਛ ਲੈਂਦੇ ਜਾਂ ਉਹ ਵੀ ਮੀਡੀਆ ਵਿੱਚ ਆ ਕੇ ਪੁੱਛ ਲੈਂਦੇ। ਹਾਊਸ ਦੀ ਮੀਟਿੰਗ ਨੂੰ ਘੇਰਨ ਦਾ ਕੀ ਮਕਸਦ ਸੀ? ਦੇਖੋ, ਜੇ ਸ਼ਹਿਰ ਦੇ ਕੰਮਾਂ ਲਈ ਲੋਕ ਇਕੱਠੇ ਹੋਏ ਆ, ਲੋਕਾਂ ਦੇ ਸਵਾਲ ਸੀਗੇ ਕਿ ਕਾਂਗਰਸ ਦਾ ਰਾਜ ਭਾਗ ਦੀ ਇਹ ਆਖਰੀ ਮੀਟਿੰਗ ਆ। ਅਸੀਂ ਇਹ ਪੁੱਛਣਾ ਚਾਹੁੰਦੇ ਸੀਗੇ ਵਿਧਾਇਕ ਸਾਹਿਬ ਨੂੰ, ਉਹਨਾਂ ਨੇ ਇੱਥੇ ਇੱਕ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਔਰ 4 ਮਹੀਨੇ ਪੂਰੇ ਸ਼ਹਿਰ ਦੇ ਅੰਦਰ ਬੋਰਡ ਲਾਏ ਗਏ ਵੀ ਮੈਂ ਇੰਡੋਰ ਸਟੇਡੀਅਮ ਨਵਾਂ ਸ਼ਹਿਰ ਵਾਸੀਆਂ ਨੂੰ ਦੇ ਰਿਹਾ, ਔਰ ਚੌਂਕਾਂ ਦੇ ਵਿੱਚ ਖੜੇ ਕਰਕੇ ਨਗਰ ਕੌਂਸਲ ਦੀ ਉਦੋਂ ਇਲੈਕਸ਼ਨ ਸੀਗੀ। ਇਹਦਾ ਮਤਲਬ ਤੁਸੀਂ ਲੋਕਾਂ ਨਾਲ ਧੋਖਾ ਕੀਤਾ। ਲੋਕਾਂ ਨੂੰ ਇਹ ਗੱਲ ਕਹੀ ਗਈ ਇੰਡੋਰ ਸਟੇਡੀਅਮ ਬਣਾਤਾ ਜੀ, ਵੀ ਜੇ ਸਟੇਡੀਅਮ ਨਾ ਬਣਿਆ ਮੈਨੂੰ ਵੋਟਾਂ ਨਾ ਪਾਇਆ, ਕਿਉਂਕਿ ਉਸ ਵੇਲੇ ਮਿਊਨਿਸਪਲ ਕਮੇਟੀ ਦਾ ਇਲੈਕਸ਼ਨ ਸੀ। ਇਲੈਕਸ਼ਨ ਖਤਮ ਹੋਇਆ ਤੇ ਉਹ ਨੀਂਹ ਪੱਥਰ ਵੀ ਨਹੀਂ ਲੱਗਾ, ਸਾਨੂੰ ਲੱਭਾ। ਅਸੀਂ ਤਾਂ ਨੀਂਹ ਪੱਥਰ ਲੱਭਣ ਜਾਂਦੇ ਆ ਵੀ ਉਹ ਨੀਂਹ ਪੱਥਰ ਹੈ ਕਿੱਥੇ ਆ, ਉਹ ਸਟੇਡੀਅਮ ਕਿੱਥੇ ਆ। ਭੰਗਲਾ ਪਿੰਡ 'ਚ ਬਣਨਾ ਜੀ। ਦੇਖੋ ਮੇਰੀ ਗੱਲ ਸੁਣੋ, ਨਾ ਤਾਂ ਹਲੇ ਭੰਗਲਾਂ ਦੇ ਵਿੱਚ ਉਹ ਸਟੇਡੀਅਮ ਬਣਿਆ, ਨਵੇਂ ਸ਼ਹਿਰ ਜਿੱਥੇ ਤੁਸੀਂ 5 ਮਹੀਨੇ ਐਡੇ ਬੋਰਡ ਲਾਈ ਰੱਖੇ ਨਾ ਉੱਥੇ ਲੱਭਿਆ, ਤੇ ਤੁਸੀਂ ਤਾਂ ਇਹ ਵਾਅਦਾ ਕੀਤਾ ਸੀਗਾ। ਦੂਜੀ ਗੱਲ, ਸਾਡਾ ਇਹ ਸਵਾਲ ਸੀਗਾ, ਦੇਖੋ ਡਿਵੈਲਪਮੈਂਟ ਦੀਆਂ ਆਪਾਂ ਗੱਲਾਂ ਕਰਦੇ ਹਾਂ, ਡਿਵੈਲਪਮੈਂਟ ਕਰਾਉਣਾ ਹਰੇਕ ਸਰਕਾਰ ਦੀ ਜ਼ਿੰਮੇਵਾਰੀ ਆ, ਨਗਰ ਕੌਂਸਲ ਦੀ ਜ਼ਿੰਮੇਵਾਰੀ ਆ। ਲੋਕਾਂ ਕੋਲ ਆਪਾਂ ਟੈਕਸ ਉਗਰਾਉਂਦੇ ਹਾਂ, ਨਵੀਆਂ ਬਿਲਡਿੰਗਾਂ ਬਣਦੀਆਂ, ਆਪਾਂ ਉਹਨਾਂ ਦੇ ਕੋਲ ਜਿਹੜੇ ਡਿਵੈਲਪਮੈਂਟ ਚਾਰਜ ਲੈਂਦੇ ਆ ਐਡੇ ਲੱਖ ਰੁਪਏ ਡਿਵੈਲਪਮੈਂਟ, 50,000 ਰੁਪਏ ਡਿਵੈਲਪਮੈਂਟ ਚਾਰਜ ਲੈਂਦੇ ਆ। ਉਹ ਗਲੀਆਂ ਨਾਲੀਆਂ ਤਾਂ ਬਣੀ ਜਾਣੀਆਂ। ਮੈਂ ਇੱਥੇ ਪੁੱਛਣਾ ਚਾਹੁੰਦਾ ਸੀਗਾ ਵੀ ਜਿੰਨੀਆਂ ਤੁਸੀਂ ਸੜਕਾਂ ਬਣਾਈਆਂ, ਚਾਹੇ ਉਹ ਰੇਲਵੇ ਰੋਡ ਦੀ ਸੜਕ ਸੀਗੀ, 2 ਮਹੀਨੇ ਤਾਂ ਜਿਹੜੇ ਉੱਥੇ ਦੇ ਦੁਕਾਨਦਾਰ ਖੱਜਲ ਹੋਏ। ਤੁਸੀਂ ਕਹਿੰਦੇ ਸੀ ਕਿ ਦੁੱਖ ਪਾਉਂਗੇ ਤਾਂ ਸੁੱਖ ਮਿਲੇਗਾ। ਮੈਂ ਇਹੀ ਤਾਂ ਪੁੱਛਣਾ ਚਾਹੁੰਦਾ ਜੀ, ਇੱਥੇ ਪਹਿਲਾਂ ਤਾਂ ਇਸ ਸੜਕ ਬਣਾਉਣ ਲਈ ਪ੍ਰੋਟੈਸਟ ਕਰਨਾ ਪਿਆ ਵੀ ਟੋਏ ਪਏ ਆ ਜੀ। ਉਸ ਤੋਂ ਬਾਅਦ ਸੜਕ ਦੇ ਭਾਗ ਖੁੱਲ੍ਹੇ, ਉੱਥੇ ਝੋਨਾ ਵੀ ਲਾਉਂਦੇ ਰਹੇ ਲੋਕ, ਤੁਹਾਨੂੰ ਸ਼ਾਇਦ ਯਾਦ ਹੋਵੇ ਪ੍ਰੋਟੈਸਟ ਵੀ ਹੁੰਦੇ ਰਹੇ ਵੀ ਟੋਏ ਪੈ ਗਏ, ਆ ਕੇ ਦੇਖੋ। ਵਿਧਾਇਕ ਸਾਹਿਬ ਨੇ ਉਹ ਸੜਕ ਬਣਵਾਉਣੀ ਸ਼ੁਰੂ ਕੀਤੀ। ਸੜਕ 2 ਮਹੀਨੇ ਉੱਥੇ ਦੇ ਲੋਕਾਂ ਦੇ ਕਾਰੋਬਾਰ ਬੰਦ ਰਹੇ। 2 ਮਹੀਨੇ ਤੋਂ ਬਾਅਦ ਉਹ ਸੜਕ ਬਣੀ। ਬਣਨ ਤੋਂ ਬਾਅਦ 15 ਦਿਨਾਂ ਬਾਅਦ ਉਹ ਸੜਕ ਜਿਹੜੀ ਆ ਉਹ ਟੁੱਟਣ ਲੱਗ ਪਈ। ਹਲੇ ਸ਼ੁਰੂਆਤ ਹੋਈ ਸੀਗੀ, ਮੈਨੂੰ ਯਾਦ ਹੈ ਇੰਡੀਅਨ ਬੈਂਕ ਦੇ ਕੋਲੋਂ ਸੜਕ ਤਾਂ ਥੋੜ੍ਹਾ ਜਿਹਾ ਟੋਟਾ ਜਿਹੜਾ ਉਹ ਖਰਾਬ ਹੋ ਗਿਆ ਸੀਗਾ। ਅਸੀਂ ਉਸ ਦਿਨ ਹੀ ਸਵਾਲ ਕੀਤਾ ਸੀਗਾ ਵੀ ਦੇਖੋ ਪ੍ਰਧਾਨ ਜੀ ਨਵੇਂ ਬਣਿਆ, ਮੈਂ ਪ੍ਰਧਾਨ ਜੀ 'ਤੇ ਨਹੀਂ ਇਲਜ਼ਾਮ ਲਾਉਂਦਾ, ਪ੍ਰਧਾਨ ਜੀ ਦੀ ਇਮਾਨਦਾਰੀ ਦਾ ਇੱਥੋਂ ਪਤਾ ਲੱਗ ਜਾਣਾ ਕਿ ਇਹਦੀ ਜਿਹੜੀ ਪੇਮੈਂਟ ਆ, ਇਹ ਸੜਕ ਹੁਣ ਬਣੀ ਆ, ਕਿਉਂਕਿ ਜਿੱਦਣ ਬਣੀ ਆ ਉਦੋਂ ਉਹ ਪ੍ਰਧਾਨ ਨਹੀਂ ਸੀਗੇ। ਠੀਕ ਹੈ ਜੀ। ਅਤੇ ਲੇਕਿਨ ਉਹਨਾਂ ਦੀ ਇਮਾਨਦਾਰੀ ਇਹ ਸੜਕ ਤੋਂ ਪਤਾ ਲੱਗ ਜਾਣੀ ਆ ਵੀ ਉਹਨਾਂ ਦੀ ਇਮਾਨਦਾਰੀ ਕਿੰਨੀ ਕੁ ਆ। ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਮੀਡੀਆ ਦੇ ਚੈਨਲ 'ਤੇ ਆ ਕੇ ਕਿਹਾ ਕਿ ਮੈਂ ਇਸ ਸੜਕ ਦੀ ਅਦਾਇਗੀ ਨਹੀਂ ਕਰੂੰਗਾ, ਇਹ ਸੜਕ ਦੁਬਾਰਾ ਜਿਹੜੀ ਆ ਸਹੀ ਕਰਾਈ ਜਾਊਗੀ। ਕੀਤਾ ਕਿ ਉਹਦੇ 'ਤੇ ਪੱਚ ਲਾਤੇ। ਪੱਚ ਲਾਉਣ ਤੋਂ ਬਾਅਦ ਚੋਰ ਦਰਵਾਜ਼ੇ ਰਾਹੀਂ ਉਸ ਠੇਕੇਦਾਰ ਦੀ ਅਦਾਇਗੀ ਕਰ ਦਿੱਤੀ। ਅਦਾਇਗੀ ਹੋ ਚੁੱਕੀ ਹੈ ਜੀ। ਬਿਲਕੁਲ, ਇਹੀ ਤਾਂ ਸਵਾਲ ਸੀਗਾ ਵੀ ਤੁਸੀਂ ਇਸ ਤੋਂ ਪਹਿਲੀ ਮੀਟਿੰਗ ਜਦੋਂ ਉਹਨਾਂ ਨੇ ਕੀਤੀ, ਅਸੀਂ ਉਸ ਦਿਨ ਵੀ ਹਾਊਸ ਦੇ ਵਿੱਚ ਗੱਲ ਕੀਤਾ। ਉਹਨਾਂ ਨੇ ਕਿਹਾ ਸੜਕ ਦੀ ਨਿਰੀਖਣ ਵੀ ਕਰਾਵਾਂਗੇ, ਵੀ ਚੈੱਕ ਕਰਾਵਾਂਗੇ ਕਿ ਸਹੀ ਮਟੀਰੀਅਲ ਵਰਤਿਆ ਕਿ ਨਹੀਂ ਵਰਤਿਆ। ਬਿਲਕੁਲ, ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਉਹਨਾਂ 'ਤੇ ਇਹ ਇਲਜ਼ਾਮ ਲਾਇਆ ਸੀ ਵੀ ਇਹ ਜਿਹੜੀ ਸੜਕ ਬਣਾਉਣ ਲਈ ਘਟੀਆ ਮਟੀਰੀਅਲ ਵਰਤਿਆ ਗਿਆ। ਤੁਸੀਂ ਅੱਜ ਦੇਖੋ ਸਟੇਸ਼ਨ ਤੋਂ ਲੈ ਕੇ ਤੁਸੀਂ ਫੱਟੀ ਵਸਤਾ ਚੌਂਕ ਤੋਂ ਜਿੱਥੇ ਤੱਕ ਆਉਂਗੇ, ਸਾਰੀ ਸੜਕ ਦੇ ਚੀਥੜੇ ਉੱਡ ਗਏ। ਦੇਖੋ ਲੋਕਾਂ ਦੇ ਪੈਸੇ ਆ, ਲੋਕਾਂ ਨੂੰ ਅਸੀਂ ਜਵਾਬ ਦੇ ਆ। ਜੇ ਪ੍ਰਧਾਨ ਜੀ ਜਵਾਬ ਦੇ ਆ ਤਾਂ ਅਸੀਂ ਵੀ ਲੋਕਾਂ ਦੇ ਚੁਣੇ ਨੁਮਾਇੰਦੇ ਆ। ਉਸ ਤੋਂ ਬਾਅਦ ਗਲੀਆਂ ਨਾਲੀਆਂ ਬਣਨੀਆਂ ਸ਼ੁਰੂ ਹੋਈਆਂ ਕੰਕਰੀਟ ਦੀਆਂ। ਤੁਸੀਂ ਜਿਹੜੇ ਮਰਜ਼ੀ ਸ਼ਹਿਰ ਦੇ ਏਰੀਏ 'ਚ ਜਾ ਕੇ ਚੱਲੋ, ਜਿੰਨੀਆਂ ਕੰਕਰੀਟ ਦੀਆਂ ਗਲੀਆਂ ਬਣੀਆਂ ਉਹ ਸਾਰੀਆਂ ਦੀ ਬੱਜਰੀ ਬਾਹਰ ਆ ਗਈ। ਉਹਦਾ ਕਾਰਨ ਕੀ ਲੱਗਦਾ ਜੀ? ਇੰਨੀ ਤੁਹਾਨੂੰ ਜਿਹੜੀ ਖਸਤਾ ਹਾਲਤ ਹੈ ਸੜਕ ਦੀ ਜਾਂ ਗਲੀਆਂ ਦੀ, ਉਹਦਾ ਕਾਰਨ ਕੀ ਲੱਗਦਾ? ਦੇਖੋ, ਜਦੋਂ ਤੁਸੀਂ ਕੰਕਰੀਟ ਦੀਆਂ ਗਲੀਆਂ ਬਣਾ ਰਹੇ ਆ, ਇਹ ਚੈੱਕ ਕਰਨਾ ਮਿਊਨਿਸਪਲ ਕਮੇਟੀ ਦੀ ਰਿਸਪੌਂਸੀਬਿਲਟੀ ਹੁੰਦੀ ਆ ਵੀ ਇਹਦੇ ਵਿੱਚ ਕਿਹੜਾ ਮਿਆਰ ਵਰਤ ਰਿਹਾ, ਕਿੰਨਾ ਸੀਮੈਂਟ, ਕਿੰਨਾ ਕੀ। ਅੱਜ ਕੱਲ੍ਹ ਬਣਿਆ ਬਣਾਇਆ ਮਟੀਰੀਅਲ ਆਉਂਦਾ। ਵਿਧਾਇਕ ਜੀ ਦੀ ਮੈਂ ਵੀਡੀਓ ਦੇਖੀ ਜਿਹੜੀ ਸਾਡੇ ਚੈਨਲ 'ਤੇ ਚੱਲੀ ਆ, ਉਹ ਕਹਿੰਦੇ ਕਿ ਡਿਵੈਲਪਮੈਂਟ ਦੇ ਨਾਮ 'ਤੇ ਸਾਡੇ ਨਾਲ ਕੋਈ ਡਿਸਕਸ਼ਨ ਨਹੀਂ ਕਰ ਸਕਦਾ, ਕੋਈ ਡਿਬੇਟ ਨਹੀਂ ਕਰ ਸਕਦਾ। ਦੇਖੋ, ਜੇ MLA ਸਾਹਿਬ ਕਹਿੰਦੇ ਸਤਿਕਾਰਯੋਗ ਵਿਧਾਇਕ, ਤੇ ਉਹ ਰੇਲਵੇ ਰੋਡ ਦੀ ਸੜਕ ਜਾ ਕੇ ਦੇਖ ਲੈਣ, ਸ਼ੋਕਰਾ ਮਹੱਲੇ ਵਾਲੀ ਸੜਕ ਦੇਖ ਲੈਣ, ਜੱਟਾਂ ਵਾਲੇ ਵਾਲੀ ਸੜਕ ਦੇਖ ਲੈਣ, ਹੋਰ ਜਿਹੜੀਆਂ ਕੰਕਰੀਟ ਦੀਆਂ ਸੜਕਾਂ ਬਣੀਆਂ ਉਹ ਦੇਖ ਲੈਣ। ਉਹਨਾਂ ਦੇ ਵਿੱਚ ਤਾਂ ਪਾਣੀ ਦਾ ਲੈਵਲ ਤੱਕ ਨਹੀਂ ਕੱਢਿਆ ਗਿਆ। ਜੇ ਮੀਂਹ ਪੈ ਗਿਆ ਤੇ ਉਹ ਪਾਣੀ ਉੱਥੇ ਖੜਾ, ਉਹਦੀ ਲੈਵਲਿੰਗ ਕੋਈ ਨਹੀਂ। ਔਰ ਦੂਜੀ ਗੱਲ ਆ, ਉਹਨਾਂ ਦੇ ਵਿੱਚੋਂ ਬੱਜਰੀ ਬਾਹਰ ਨਿਕਲ ਲੱਗ ਪਈ। ਮੈਂ ਹੋਰ ਗੱਲ ਕਰਦਾ, ਵਿਧਾਇਕ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ, ਸ਼ਾਇਦ ਉਹਨਾਂ ਦੇ ਧਿਆਨ 'ਚ ਗੱਲ ਹੈਗੀ ਕਿ ਨਹੀਂ ਹੈਗੀ। ਉਹਨਾਂ ਨੇ ਹਾਊਸ ਦੇ ਵਿੱਚ ਵਾਅਦਾ ਕੀਤਾ ਸੀ ਕਿ ਲੰਗੜੋਏ ਬਾਈਪਾਸ ਤੋਂ ਲੈ ਕੇ ਮਹਾਲੋਂ ਬਾਈਪਾਸ ਤੱਕ ਸੜਕ ਬਣੂਗੀ। ਪਹਿਲੀ ਗੱਲ ਤਾਂ ਉਹ ਸੜਕ ਬਣੀ, ਉਹਦਾ ਮਿਆਰ ਵੀ ਮਾੜਾ। ਉਹ ਹੁਣ ਦੇਖ ਲੈਣ, ਮੀਂਹ ਪਿਆ, ਸੜਕ ਤਾਂ ਉਖੜ ਵੀ ਗਈ ਆ। ਔਰ ਜਿਹੜੀ ਸੜਕ ਦੀ ਜ਼ਿਆਦਾ ਮਾੜੀ ਹਾਲਤ ਸੀਗੀ,
ਉਹ ਰੇਲਵੇ ਫਾਟਕ ਤੱਕ ਬਣੀ, ਅੱਗੇ ਤਾਂ ਉਹਦੀ ਸੜਕ ਦੀ ਜ਼ਿਆਦਾ ਮਾੜੀ ਹਾਲਤ ਸੀਗੀ। ਫਾਟਕ ਤੋਂ ਲੈ ਕੇ ਬਾਈਪਾਸ ਤੱਕ। ਬਾਈਪਾਸ ਉਹ ਸੜਕ ਬਣਾਈ ਨਹੀਂ, ਜਿਹੜੀ ਸੜਕ ਸਹੀ ਸੀਗੀ ਉਹ ਪੱਟਤੀ। ਉਹ ਪਹਿਲੀ ਪੱਟੀ ਵਧੀਆ ਸੀ, ਹੁਣ ਵਾਲੀ ਸੜਕ ਦਾ ਹਾਲ ਦੇਖ ਲਓ ਪਹਿਲੀ ਇਹਦੇ ਨਾਲੋਂ ਚੰਗੀ ਸੀਗੀ। ਇਹ ਤਾਂ ਜਿਹੜੀ ਬਜਰੀ ਆ ਜਿਹੜੀ ਉਖੜਨ ਵੀ ਲੱਗ ਪਈ ਆ। ਤੇ ਆਪਾਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ, ਤੁਸੀਂ ਸਹੀ ਜਿਹੜਾ ਰੇਸ ਕੀਤਾ ਹੈ ਕਿ ਫਾਟਕ ਤੋਂ ਲੈ ਕੇ ਮਹਾਲੋਂ ਤੱਕ ਉੱਥੇ ਜਿਹੜੀ ਹਾਲਤ ਹੈ ਉਹ ਜ਼ਿਆਦਾ ਕ੍ਰਿਟੀਕਲ ਹੈ, ਉੱਥੇ ਐਕਸੀਡੈਂਟ ਵੀ ਹੋ ਸਕਦਾ ਔਰ ਉੱਥੇ ਪਾਣੀ ਹਮੇਸ਼ਾ ਹੀ ਜਮ੍ਹਾਂ ਰਹਿੰਦਾ ਆ। ਮੈਂ ਬਿਲਕੁਲ ਜੀ ਇਹੀ ਗੱਲ ਕਹਿ ਰਿਹਾ। ਫਿਰ ਤੁਸੀਂ ਕਲਾਮ ਰੋਡ 'ਤੇ ਹਾਲ ਦੇਖ ਲਓ ਸੜਕ ਦਾ, ਸਲੋ ਰੋਡ 'ਤੇ ਸੜਕ ਦੇਖ ਲਓ, ਹੀਰਾਂ ਜੱਟਾਂ ਮੁਹੱਲੇ ਵਾਲੀ ਸੜਕ ਦੇਖ ਲਓ, ਟੋਏ ਪਏ ਆ। ਤੇ ਆਪਾਂ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਹਾਂ। ਗਲੀਆਂ ਨਾਲੀਆਂ ਤਾਂ ਹਰੇਕ ਕਮੇਟੀ ਆ, ਜਿਹਦੀ ਮਰਜ਼ੀ ਸਰਕਾਰ ਆਵੇ। ਪ੍ਰਧਾਨ ਜੀ ਤਾਂ ਇੱਕ ਹੋਰ ਗੱਲ ਕਹਿੰਦੇ ਨੇ, ਉਹ ਕਹਿੰਦੇ ਕਿ ਇਹ ਬਖਲਾਹਟ ਹੈ ਤੁਹਾਡੇ ਤੋਂ ਮੌਜੂਦਾ ਵਿਧਾਇਕ ਦੀ, ਲੋਕਪ੍ਰਿਯਤਾ ਨਹੀਂ ਦੇਖੀ ਜਾਂਦੀ, ਲੋਕ ਉਹਨਾਂ ਨੂੰ ਪਿਆਰ ਕਰਦੇ, ਇਹ ਨਹੀਂ ਦੇਖਿਆ ਜਾਂਦਾ। ਔਰ ਖਾਲਸਾ ਜੀ ਆ ਜਿਹੜੇ ਉਹ ਮੀਡੀਆ ਦੇ ਅੱਗੇ ਆ ਕੇ ਜੋ ਸ਼ਬਦ ਉਹਨਾਂ ਨੇ ਵਰਤਿਆ ਮੈਂ ਨਹੀਂ ਉਹ ਵਰਤ ਸਕਦਾ, ਉਹਨਾਂ ਨੇ ਕਿਹਾ ਖਾਲਸਾ ਜਾ ਕੇ ਪ੍ਰੋਪੋਗੰਡਾ ਕਰਦੇ ਆ। ਦੇਖੋ ਮੈਂ ਫਿਰ ਕਹਿਣਾ ਵੀ ਜਿਹੜੀ ਪ੍ਰਧਾਨ ਜੀ ਦੀ ਸ਼ਬਦਾਵਲੀ ਆ ਬੜੀ ਮਾੜੀ ਸੀਗੀ ਜਿਹੜੀ ਵਰਤੀ ਗਈ। ਜੇ ਉਹ ਸਾਨੂੰ ਲੋਕਾਂ ਦੇ ਜਿਹੜੇ ਮਾਮਲੇ ਆ, ਲੋਕਾਂ ਦੇ ਸਵਾਲ ਉਠਾਉਣ ਨੂੰ ਪ੍ਰੋਪੋਗੰਡਾ ਜਾਂ ਉਹ ਕਹਿੰਦੇ ਆ ਝੂਠੀ ਸ਼ੋਹਰਤ, ਮਤਲਬ ਜਿਹੜੇ ਸ਼ਬਦ ਵਰਤੇ ਮੈਂ ਉਹ ਕਹਿ ਨਹੀਂ ਸਕਦਾ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿਉਂਕਿ ਇੱਕ ਮਰਿਆਦਾ ਹੁੰਦੀ ਆ, ਸ਼ਾਇਦ ਉਹਨਾਂ ਦੇ ਅੰਦਰ ਇਹ ਮਰਿਆਦਾ ਹੈ ਨਹੀਂ ਗੀ, ਸਾਡੇ ਅੰਦਰ ਉਹ ਮਰਿਆਦਾ ਹੈਗੀ ਆ। ਅਸੀਂ ਪਹਿਲਾਂ ਵੀ ਉਹਨਾਂ ਨੂੰ ਪ੍ਰਧਾਨ ਜੀ ਕਹਿ ਰਹੇ ਹਾਂ ਅਤੇ ਹੁਣ ਵੀ ਪ੍ਰਧਾਨ ਸਾਹਿਬ ਕਹਿੰਦੇ ਆ, ਪ੍ਰਧਾਨ ਜੀ ਕਹਿੰਦੇ ਆ। ਕਦੇ ਤਾਂ ਉਹ ਕਹਿੰਦੇ ਆ ਬਈ ਜੀ ਕੌਂਸਲਰ ਸਾਹਿਬਾਨ ਸਾਨੂੰ ਮੇਰੇ ਹਿਸਾਬ ਨਾਲ ਕਿਤੇ ਗੁੰਡੇ ਪੇਸ਼ ਕਰਨਾ ਚਾਹੁੰਦੇ। ਅਸੀਂ 3-3 4-4 ਵਾਰ ਕੌਂਸਲਰ ਬਣੇ ਆ, ਉਹਨਾਂ ਕੋਲ ਸਾਡੀ ਲੋਕਪ੍ਰਿਯਤਾ ਨਹੀਂ ਚੱਲ ਹੁੰਦੀ। ਅਸੀਂ ਜਿੱਤੇ ਨੁਮਾਇੰਦੇ ਆ, ਜਿੱਥੇ ਕਾਂਗਰਸ ਨੇ ਸਾਡੇ ਖਿਲਾਫ ਉਮੀਦਵਾਰ ਦਿੱਤੇ ਸੀ ਉੱਥੇ ਲੋਕਾਂ ਨੇ ਨਕਾਰ ਦਿੱਤੇ। ਸਾਡੀ ਲੋਕਪ੍ਰਿਯਤਾ ਉਹਨਾਂ ਤੋਂ ਚੱਲ ਨਹੀਂ ਹੁੰਦੀ। ਅਤੇ ਅੱਜ ਉਹ ਕਰ ਕੀ ਰਹੇ ਆ, ਜਿਹੜਾ ਕੈਂਡੀਡੇਟਾਂ ਨੂੰ ਲੋਕਾਂ ਨੇ ਨਕਾਰਤਾ ਉਹ ਉਹਨਾਂ ਨੂੰ ਮੋਹਰੇ ਲਿਜਾਂਦੇ ਆ, ਉਹਨਾਂ ਤੋਂ ਫੀਤੇ ਕਟਾਉਂਦੇ ਆ। ਦੇਖੋ ਜਿਹੜਾ ਸੰਬੰਧਿਤ MC ਆ ਹਾਊਸ ਦੇ ਵਿੱਚ, ਜਦੋਂ ਅਸੀਂ ਗਲੀ ਪਾਸ ਕਰਦੇ ਅਸੀਂ ਨੋਟਿਸ ਬੋਰਡ 'ਤੇ ਜਿਹੜੇ ਆ ਉਹ ਡਿਸਪਲੇ ਕਰ ਦਿੰਦੇ, ਦੱਸ ਦਿੰਦੇ ਅੱਜ ਕਿੱਥੇ ਜਾਣਾ ਇਨੋਗ੍ਰੇਸ਼ਨ ਕਰਨ। ਮੈਂ ਪ੍ਰਧਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਬਈ ਕਿਆ ਉਹਨਾਂ ਦੇ ਕੋਲ ਕੌਂਸਲਰ ਸਾਹਿਬਾਨ ਦਾ ਨੰਬਰ ਹੈ ਨਹੀਂ ਗਾ, ਜਾਂ ਉਹ ਜਦ ਆਹ ਏਜੰਡਾ ਭੇਜ ਸਕਦੇ ਆ ਤਾਂ ਸੰਬੰਧਿਤ ਕੌਂਸਲਰ ਨੂੰ ਮਿਊਨਿਸਪਲ ਕਮੇਟੀ ਦੀ ਡਿਊਟੀ ਬਣਦੀ ਆ। ਮਿਊਨਿਸਪਲ ਕਮੇਟੀ ਦਾ ਜਿਹੜਾ ਕੌਂਸਲਰ ਆ ਉਹਦੇ ਵਾਰਡ ਦੇ ਅੰਦਰ ਗਲੀ ਦਾ ਸ਼ੁਰੂ ਕੀਤੀ ਜਾਂਦੀ ਆ, ਉਹਦੇ ਡੇਰੇ ਵੀ ਨਹੀਂ ਖਬਰ ਹੁੰਦੀ। ਪਾਸ ਕਰਾਉਣ ਵਾਲਾ ਕੌਂਸਲਰ ਹੁੰਦਾ, ਕਿਉਂਕਿ ਅਸੀਂ ਚੁਣੇ ਨੁਮਾਇੰਦੇ ਹਾਊਸ ਦੇ ਵਿੱਚ ਜਦੋਂ ਪਾਸ ਕਰਾਉਂਦੇ ਅਸੀਂ ਗਲੀ ਪਾਸ ਕਰਾਉਂਦੇ ਹਾਂ। ਜਦੋਂ ਸ਼ੁਰੂ ਹੁੰਦੀ ਹੈ ਤਾਂ ਕੌਂਸਲਰ ਦੇ ਡੇਰੇ ਖਬਰ ਵੀ ਨਹੀਂ ਹੁੰਦੀ। ਅਤੇ ਜਦੋਂ ਉਹ ਗਲੀ ਟੁੱਟਣੀ ਸ਼ੁਰੂ ਹੋ ਗਈ, ਹੁਣ ਲੋਕ ਸਾਨੂੰ ਸਵਾਲ ਕਰਦੇ ਆ ਵੀ ਤੁਸੀਂ ਕੌਂਸਲਰ ਹੈ ਜੀ, ਗਲੀ ਬਣਾ ਗਈ, ਤੁਸੀਂ ਪੈਸੇ ਖਾ ਗਏ, ਆ ਗਲੀ ਦਾ ਹਾਲ ਦੇਖੋ। ਅਤੇ ਪ੍ਰਧਾਨ ਜੀ ਉੱਥੇ ਆ ਕੇ ਜਵਾਬ ਦੇਣ, ਜਿਨ੍ਹਾਂ ਤੋਂ ਉਦਘਾਟਨ ਕਰਾਉਂਦੇ ਆ ਘਟੀਆ ਮਟੀਰੀਅਲ ਵਰਤ ਹੋ ਰਿਹਾ। ਪ੍ਰਧਾਨ ਜੀ 'ਤੇ ਇਲਜ਼ਾਮ ਲੱਗ ਰਹੇ ਆ ਭ੍ਰਿਸ਼ਟਾਚਾਰ ਦਾ ਅੱਡਾ ਮਿਊਨਿਸਪਲ ਕਮੇਟੀ ਬਣਾਤਾ। ਜੇ ਅਸੀਂ ਸਵਾਲ ਜਿਹੜੇ ਲੋਕਾਂ ਦੇ ਚੁੱਕਦੇ ਹਾਂ ਅਤੇ ਪ੍ਰਧਾਨ ਜੀ ਨੂੰ ਇਹ ਲੱਗਦਾ ਵੀ ਮੈਨੂੰ ਕੋਈ ਸਵਾਲ ਨਾ ਕਰੇ, ਮੈਂ ਕਮੇਟੀ ਲੁੱਟ ਕੇ ਆਪਣੇ ਘਰ ਨੂੰ ਲੈ ਜਾਵਾਂ। ਤੁਸੀਂ ਫਿਰ ਤੋਂ ਉਹੀ ਤੁਸੀਂ ਪੈਸੇ ਦੀ ਗੱਲ ਕਰ ਰਹੇ ਹੋ ਕਿ ਲੁੱਟ ਕੇ ਲੈ ਜਾਣਾ। ਲਲਿਤ ਮੋਹਨ ਪਾਠਕ ਨੇ ਵੀ ਉੱਥੇ ਗੱਲ ਚੱਕੀ ਸੀ, ਤੁਸੀਂ ਵੀ ਕਿਹਾ ਕਿ ਜਿਹੜਾ ਨਗਰ ਕੌਂਸਲ ਦਾ ਫੰਡ ਹੈ ਉਹਦੀ ਦੁਰਵਰਤੋਂ ਹੋ ਰਹੀ ਹੈ। ਪਰ ਇਹਦੇ 'ਤੇ ਸਚਿਨ ਦੀਵਾਨ ਜੀ ਜਵਾਬ ਦਿੰਦੇ ਨੇ, ਉਹ ਕਹਿੰਦੇ ਨੇ ਆਪਾਂ ਜੇ ਫੋਰ ਐਗਜ਼ਾਮਪਲ ਲੈ ਲੈਂਦੇ ਹਾਂ, ਫੋਰ ਇੰਸਟੈਂਸ ਆਪਾਂ ਕਹਿੰਦੇ ਚੰਡੀਗੜ੍ਹ ਰੋਡ ਦੀਆਂ ਜਿਹੜੀਆਂ ਲਾਈਟਾਂ ਦੀ ਗੱਲ ਹੈ, ਉਹ ਕਹਿੰਦੇ ਮਤਾ ਪਾਸ ਹੋਇਆ, ਤੁਸੀਂ ਸਾਰਿਆਂ ਦੇ ਉੱਤੇ ਸਾਈਨ ਕੀਤੇ ਆ ਔਰ ਬਾਅਦ 'ਚ ਹੁਣ ਤੁਸੀਂ ਕਹਿ ਰਹੇ ਹੋ ਤੁਹਾਨੂੰ ਗੁੰਮਰਾਹ ਕਰਕੇ ਸਾਈਨ ਕਰਾਇਆ। ਇਹ 'ਚ ਕਿੰਨੀ ਕੁ ਸੱਚਾਈ ਆ? ਦੇਖੋ ਸਤਿਕਾਰਯੋਗ ਪ੍ਰਧਾਨ ਜੀ ਨੇ ਹਾਊਸ ਦੇ ਵਿੱਚ ਮਤਾ ਲਿਆਂਦਾ। ਅਸੀਂ ਹਮੇਸ਼ਾ ਡਿਵੈਲਪਮੈਂਟ ਦੀ ਜਦੋਂ ਗੱਲ ਚੱਲਦੀ ਹੈ ਨਾ, ਅਸੀਂ ਕੋਈ ਸ਼ਹਿਰ ਦੀ ਤਰੱਕੀ ਦੇਖਦੇ ਹਾਂ। ਉਹਨਾਂ ਨੇ ਹਾਊਸ ਦੇ ਵਿੱਚ ਇਹ ਕਿਹਾ, ਆਹ ਦੇਖੋ ਮਤਾ ਪਿਆ ਆ ਪੜ੍ਹਾ ਦਿਓ ਪ੍ਰਧਾਨ ਜੀ ਨੂੰ, ਸ਼ਾਇਦ ਉਹਨਾਂ ਨੇ, ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ। ਇਹ ਦਿਖਾ ਦਿਓ ਜੀ, ਇਹ ਮਤਾ ਆ ਜੀ 29 ਨੰਬਰ। ਠੀਕ ਹੈ ਜੀ। 29 ਨੰਬਰ ਦੇ ਵਿੱਚ ਬਕਾਇਦਾ ਅੰਡਰਲਾਈਨ ਕੀਤਾ। ਉਹਦੇ ਵਿੱਚ ਇਹ ਲਿਖਿਆ ਗਿਆ ਵੀ ਸ਼ਹਿਰ ਦੀਆਂ ਗਲੀਆਂ ਨਾਲੀਆਂ ਕੋਈ ਸੜਕਾਂ ਜਿਨ੍ਹਾਂ 'ਤੇ ਸਟਰੀਟ ਲਾਈਟ ਨਹੀਂ ਲੱਗੀ ਉਹਨਾਂ 'ਤੇ ਲਗਾਈ ਜਾਣੀ ਆ। ਅਤੇ ਅਸੀਂ ਤਾਂ ਪਾਸ ਕੀਤਾ ਸੀਗਾ ਜਿਹੜੇ ਆਊਟਰ ਏਰੀਏ, ਨਵੇਂ ਏਰੀਏ ਸ਼ਹਿਰ ਦੇ ਨਾਲ ਜੁੜੇ ਆ, ਜਿੱਥੇ ਲਾਈਟ ਦੀ ਘਾਟ ਹੈ ਉੱਥੇ ਜੁੜਨਾ ਚਾਹੀਦੀ ਆ। ਤੁਸੀਂ ਬੈਠੇ ਹੋ, ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਮੈਂ ਤੁਹਾਡੇ ਨਾਲ ਲਾਈਵ ਇੱਕ ਇੰਟਰਵਿਊ ਕੀਤੀ ਸੀਗੀ ਵੀ ਸ਼ਹਿਰ ਦੀਆਂ ਲਾਈਟਾਂ ਦਾ ਕੀ ਹਾਲ ਆ। ਅੱਜ 1.5 ਸਾਲ ਦੇ ਅੰਦਰ ਉਹ ਲਾਈਟਾਂ ਤਾਂ ਜਗੀਆਂ ਨਹੀਂ ਉਹਨਾਂ ਤੋਂ। ਔਰ ਜਿਹੜੀ ਮਿਸਯੂਜ਼ ਦੀ ਗੱਲ ਕਰ ਰਹੇ ਆ, ਮਿਸਯੂਜ਼ ਕੀ ਹੈ ਥੋੜ੍ਹਾ ਸਪਸ਼ਟ ਕਰੋ। ਦੇਖੋ ਸ਼ਹਿਰ ਦੇ ਅੰਦਰ ਚੰਡੀਗੜ੍ਹ ਰੋਡ 'ਤੇ ਖੰਭੇ ਲੱਗੇ ਆ, ਬੰਗਾ ਰੋਡ 'ਤੇ ਖੰਭੇ ਲੱਗੇ ਆ, ਰਾਹੋਂ ਰੋਡ 'ਤੇ ਖੰਭੇ ਲੱਗੇ ਆ। ਜਿਹੜੇ ਇਹ ਸ਼ਹਿਰ LED ਪ੍ਰੋਜੈਕਟ ਦੇ ਵਿੱਚ ਸੀਗਾ,
ਉਹ LED ਕੰਪਨੀ ਨੇ ਜਿਹੜੀਆਂ ਉਹ ਲਾਈਟਾਂ ਲਾਉਣੀਆਂ ਸੀਗੀਆਂ। ਮਿਸਯੂਜ਼ ਕੀ ਹੈ, ਜਿੱਥੇ ਖੰਭੇ ਲੱਗੇ ਆ ਉੱਥੇ ਲਾਈਟਾਂ ਠੀਕ ਕਰਾਉਣ ਦੀ ਜ਼ਰੂਰਤ ਸੀਗੀ, ਨਾ ਕਿ ਖੰਭੇ ਬਦਲਣ ਦੀ। ਖੰਭੇ ਤਾਂ ਬਹੁਤ ਮਜ਼ਬੂਤੀ ਲੱਗੇ ਸੀਗੇ, ਇਹ ਖੰਭੇ ਉਹਨਾਂ ਜਗ੍ਹਾ ਤੇ ਖੰਭੇ ਉਤਾਰੇ ਗਏ, ਤੁਸੀਂ ਉਦੋਂ ਸਵਾਲ ਕਿਉਂ ਨਹੀਂ ਪੁੱਟ ਅਪ ਕੀਤਾ, ਉਦੋਂ ਬਾਂਹ ਕਿਉਂ ਨਹੀਂ ਖੜੀ ਕਰਕੇ ਕਿਹਾ ਕਿ ਖੰਭੇ ਕਿਉਂ ਲਾ ਰਹੇ ਹੋ? ਮੇਰੀ ਬੇਨਤੀ ਸੁਣੋ ਜੀ, ਇਹ ਮੀਟਿੰਗ ਦੇ ਵਿੱਚ ਇਹੀ ਤਾਂ ਸਵਾਲ ਪੁੱਛਣਾ ਚਾਹੁੰਦੇ ਸੀਗੇ ਪ੍ਰਧਾਨ ਸਾਹਿਬ ਨੂੰ ਵੀ ਸਾਨੂੰ ਤਾਂ ਬਿਨਾਂ ਦੱਸੇ ਤੋਂ ਤੁਸੀਂ ਸਾਡੇ ਕੋਲ ਮਤਾ ਇਹ ਪਵਾਇਆ ਵੀ ਸ਼ਹਿਰ ਦੀਆਂ ਵੱਖ-ਵੱਖ ਜਿੱਦਾਂ ਲਿਖਿਆ ਜੀ ਮੂਸਾਪੁਰ ਰੋਡ ਉੱਥੇ ਖੰਭੇ ਲੱਗਣ ਦੀ ਜ਼ਰੂਰਤ ਸੀਗੀ। ਵਧੀਆ ਗੱਲ ਆ, ਅਸੀਂ ਤਾਂ ਇਸ ਰੋਡ ਤੇ ਖੰਭੇ ਲੱਗੇ ਹੁਣ। ਮੂਸਾਪੁਰ ਰੋਡ ਤੇ ਖੰਭੇ ਲੱਗੇ ਆ ਜੀ, MLA ਸਾਹਿਬ ਦੀ ਕੋਠੀ ਨੂੰ ਜਿਹੜੀ ਸੜਕ ਜਾਂਦੀ ਹੈ ਖੰਭੇ ਲੱਗਣ ਵਾਲੇ ਸੀ, ਲੱਗੇ ਆ। ਜਿਹੜਾ ਸ਼ਹਿਰ ਦਾ ਮਿਊਨਿਸਪਲ ਕਮੇਟੀ ਦਾ ਏਰੀਆ ਆ ਉੱਥੇ ਖੰਭੇ ਲੱਗਣ ਦੀ ਜ਼ਰੂਰਤ ਆ। ਉਹ ਪਾਸ ਇਸ ਕਰਕੇ ਕੀਤੇ ਗਏ ਸੀਗੇ ਵੀ ਉੱਥੇ ਖੰਭਿਆਂ ਦੀ ਜ਼ਰੂਰਤ ਹੈ, ਕਿਉਂਕਿ ਕਈ ਏਰੀਏ ਆ ਜਿਹੜੇ ਹੈਗੇ ਆ ਸੜਕਾਂ ਜਾਂਦੀਆਂ ਸ਼ਹਿਰ ਦੇ ਅੰਦਰ ਲੈ ਲਏ, ਚਾਹੇ ਉਹ ਕਲਾਮ ਰੋਡ ਪਿੰਡ ਵਾਲਾ ਜਾ ਕੇ ਸੱਜਾ ਹੱਥ ਆ, ਚਾਹੇ ਬਰਨਾਲੇ ਵਾਲਾ ਆ, ਔਰ ਬਹੁਤ ਸਾਰੇ ਏਰੀਏ ਜਿੱਥੇ ਲਾਈਟਾਂ ਦੀ ਤੁਹਾਡਾ ਸਵਾਲ ਮੈਂ ਸਮਝ ਰਿਹਾ ਕਿ ਤੁਸੀਂ ਉਹ ਕਹਿ ਰਹੇ ਹੋ ਕਿ ਚੰਡੀਗੜ੍ਹ ਰੋਡ ਤੇ ਖੰਭੇ ਸੀ, ਖੰਭੇ ਉਹ ਕਿਉਂ ਪੁੱਟੇ ਗਏ ਆ? ਅਸੀਂ ਇਹੀ ਤਾਂ ਪ੍ਰਧਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ। ਉਹ ਇਹ ਗੱਲ ਕਹਿ ਰਹੇ ਆ ਜੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਲੋਕਾਂ ਨੂੰ ਕਿੱਥੇ ਗੁੰਮਰਾਹ ਕਰ ਰਹੇ ਆ? ਲੋਕਾਂ ਨੂੰ ਗੁੰਮਰਾਹ ਤੁਸੀਂ ਕਰ ਰਹੇ ਆ। ਖੰਭੇ ਲੱਗਿਓ, ਐਡੇ ਮਜ਼ਬੂਤ ਖੰਭੇ, ਜਿੱਥੇ ਲਾਈਟਾਂ LED ਕੰਪਨੀ ਨੇ ਸਿਰਫ ਲਾਉਣੀਆਂ ਸੀਗੀਆਂ, ਤੁਸੀਂ ਤਾਂ ਖੰਭੇ ਪੁੱਟ ਦਿੱਤੇ। ਤੇ ਅੱਜ ਜਿਹੜੇ ਖੰਭੇ ਲਾਏ ਆ ਉਹ ਇੰਨੇ ਹਲਕੇ, ਇੰਨੇ ਘਟੀਆ ਮਿਆਰ ਦੇ ਲੱਗੇ ਆ, ਜਿਹੜੇ ਤੁਸੀਂ ਪਹਿਲੇ ਐਡੇ ਮਜ਼ਬੂਤ ਖੰਭੇ ਪੱਟ ਦਿੱਤੇ। ਤੁਸੀਂ ਇਹ ਪੈਸੇ ਦਾ ਮਿਸਯੂਜ਼ ਕਰ ਰਹੇ ਆ। ਇਹ ਜਿੱਥੇ ਲਾਈਟ ਦੀ ਲੋੜ ਹੈ ਉੱਥੇ ਲਾਈਟ ਤਾਂ ਲਾਈ ਨਹੀਂ ਤੁਸੀਂ। ਜੇ ਹੁਣ ਤੁਹਾਡੀ ਕਾਰ ਦੀ ਲਾਈਟ ਖਰਾਬ ਹੋ ਗਈ ਤਾਂ ਤੁਸੀਂ ਲਾਈਟ ਠੀਕ ਕਰਾਓਗੇ ਕਿ ਕਾਰੇ ਬਦਲ ਦੋਗੇ? ਇਹ ਤਾਂ ਕਮਾਲ ਦੀ ਗੱਲ ਆ ਪ੍ਰਧਾਨ ਜੀ ਦੀ। ਦੇਖੋ ਗੁੰਮਰਾਹ ਪ੍ਰਧਾਨ ਸਾਹਿਬ ਕਰ ਰਹੇ ਆ ਲੋਕਾਂ ਨੂੰ, ਜਿੱਥੇ ਲਾਈਟਾਂ ਦੀ ਜ਼ਰੂਰਤ ਆ ਉੱਥੇ। ਔਰ ਦੂਜੀ ਗੱਲ, ਹੁਣ ਜਦੋਂ ਆਪਾਂ ਇੱਕ ਗੱਲ ਕਰਦੇ ਹਾਂ ਵੀ ਬਿੰਨੋ ਕੁੜੀ ਦੇ ਕੰਨ ਬੂਹੇ ਆਈ ਜੰਝ, ਜਦੋਂ ਇਲੈਕਸ਼ਨ ਆ ਗਈ ਤੇ ਇਹਨਾਂ ਨੂੰ ਲਾਈਟਾਂ ਚੇਤੇ ਆ ਗਈਆਂ। ਲੱਗਣੀਆਂ ਉੱਥੇ ਚਾਹੀਦੀਆਂ ਸੀ ਜਿਹੜਾ ਏਰੀਆ ਦੇ ਵਿੱਚ ਹੈ ਨਹੀਂ ਗੀਆਂ। ਜਿਹੜੀਆਂ ਖਰਾਬ ਲਾਈਟਾਂ 1.5 ਸਾਲ ਪਹਿਲਾਂ ਤੁਸੀਂ ਮੇਰੇ ਨਾਲ ਇੰਟਰਵਿਊ ਕੀਤੀ ਸੀਗੀ, ਤੁਸੀਂ ਅੱਜ ਰਾਤ ਨੂੰ ਚਾਹੇ ਦੁਬਾਰਾ ਮੇਰੇ ਨਾਲ ਚੱਲ ਜਾਓ, ਚਾਹੇ ਇਕੱਲੇ ਚੱਲ ਜਾਓ, ਚਾਹੇ ਪ੍ਰਧਾਨ ਜੀ ਨਾਲ ਆ ਜਾਣ। 1.5 ਸਾਲਾਂ ਦੇ ਵਿੱਚ ਜਿਸ ਪ੍ਰਧਾਨ ਦੇ ਕੋਲ ਉਹ ਕਹਿੰਦੇ ਜੀ ਮੈਨੂੰ ਘੱਟ ਸਮਾਂ ਮਿਲਿਆ, ਤੁਸੀਂ ਇਹ ਦੱਸੋ ਬਈ ਲਗਭਗ 9 ਮਹੀਨੇ ਦਾ ਸਮਾਂ ਘੱਟ ਹੁੰਦਾ, ਸਿਰਫ ਲਾਈਟਾਂ ਠੀਕ ਕਰਾਉਣ ਲਈ 9 ਮਹੀਨੇ ਲੱਗ ਗਏ। 9 ਮਹੀਨੇ ਦੇ ਵਿੱਚ ਤਾਂ ਜੇ ਆਪਾਂ ਗੱਲ ਕਰਦੇ ਹਾਂ, ਤੁਸੀਂ ਵੀ ਸ਼ਹਿਰ ਦੇ ਮਤਲਬ ਇੱਕ ਵਾਰਡ ਦੇ MC ਹੋ, ਸਚਿਨ ਜੀ ਸ਼ਹਿਰ ਦੇ ਪ੍ਰਧਾਨ ਨੇ, ਪਰ ਨਛੱਤਰਪਾਲ ਜੀ ਉਹਨਾਂ ਨੂੰ ਉੱਥੇ ਆਉਣ ਦੀ ਕੀ ਜ਼ਰੂਰਤ ਪੈ ਗਈ? ਇੱਕ ਵੱਡਾ ਰੋਸ ਮਾਰਚ ਕੱਢਿਆ, ਧਰਨਾ ਲੱਗਿਆ, ਇਹਦੇ ਨਾਲ ਵੀ ਤਾਂ ਸ਼ਹਿਰ ਦਾ ਥੋੜ੍ਹਾ ਮਾਹੌਲ ਖਰਾਬ ਹੁੰਦਾ। ਹੋ ਸਕਦਾ ਜਿਹੜੇ ਬਾਕੀ ਕਾਉਂਸਲਰਸ ਆ ਉਹ ਆਪਣੇ ਨੂੰ ਸੇਫ ਨਾ ਮੰਨਦੇ ਹੋਣ, ਉਹ ਤਾਂ ਨਹੀਂ ਆਏ। ਔਰ ਨਛੱਤਰਪਾਲ ਜੀ ਕਿਹੜੇ ਸਵਾਲ ਰੇਜ਼ ਕਰਕੇ ਗਏ ਨੇ ਉੱਥੇ? ਜਿਹੜੇ ਦੇਖੋ ਬਸਪਾ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਉਹ ਪ੍ਰੋਟੈਸਟ ਕੀਤਾ, ਉਹ ਪ੍ਰੋਟੈਸਟ ਜਿਹੜੇ ਆ ਉਹ ਲੋਕ ਉੱਪਰੋਂ ਨਹੀਂ ਡਿੱਗੇ। ਉਹ ਲੋਕ ਇਸ ਸ਼ਹਿਰ ਦੇ ਲੋਕ ਸੀਗੇ, ਕੁਝ ਪਿੰਡਾਂ ਦੇ ਸੀਗੇ। ਪਿੰਡਾਂ ਦੇ ਵਿੱਚ ਕੀਤਾ ਕੀ ਜਾ ਰਿਹਾ, ਚੈੱਕ ਦਿੱਤੇ ਜਾ ਰਹੇ ਆ, ਔਰ ਚੈੱਕ 10 ਲੱਖ ਦਾ ਚੈੱਕ ਦਿੱਤਾ ਜਾਂਦਾ, ਕਹਿੰਦੇ 1.5 ਲੱਖ ਜਿਹੜਾ ਤੁਸੀਂ ਰੱਖ ਲਓ, ਬਾਕੀ ਚੈੱਕ ਵਾਪਸ ਕਰ ਦਿਓ। ਉਹ ਪੰਚਾਇਤਾਂ ਵੀ ਨਾਲ ਆਈਆਂ ਸੀਗੀਆਂ, ਉਹ ਸਵਾਲ ਇਹ ਪੁੱਛਣ ਆਈਆਂ ਸੀਗੀਆਂ ਵੀ ਤੁਸੀਂ ਦੱਸੋ ਤਾਂ ਸਹੀ ਬਈ ਦੇਖੋ ਤੁਸੀਂ ਕੁੰਡੀ ਸਮਝਾਈਓ ਕਿ ਚੈੱਕ ਕੁਛ ਦੇ ਦਿੱਤਾ ਜਾਂਦਾ, ਉਹਦੇ ਪੈਸੇ ਵਾਪਸ ਲੈ ਲਏ ਜਾਂਦੇ ਸੂੰਗੜੇ ਵਾਂਗੂ, ਜਿਵੇਂ ਇੱਕ ਸਰਪੰਚ ਨੇ ਗੱਲ ਕੀਤੀ ਸੀ। ਇਹ ਕੁੰਡੀ ਕਿ ਥੋੜ੍ਹੀ ਇਹ ਵਿਸਤਾਰ ਨਾਲ ਦੱਸੋ ਜੀ। ਦੇਖੋ ਪਿੰਡਾਂ ਦੀਆਂ ਪੰਚਾਇਤਾਂ ਚੋਣ ਜਾਬਤਾ ਲੱਗ ਗਿਆ, ਹੁਣ ਸਾਰਿਆਂ ਨੇ ਸੱਚਾਈ ਸਾਹਮਣੇ ਆ ਜਾਣੀ ਆ। ਉਹ ਪੰਚਾਇਤਾਂ ਆਈਆਂ ਸੀਗੀਆਂ ਕਿ ਚੈੱਕ ਦਿੱਤਾ ਗਿਆ ਸਾਨੂੰ 10 ਲੱਖ ਦਾ, ਤੇ ਕਿਹਾ 1.5 ਲੱਖ ਰੱਖ ਕੇ ਬਾਕੀ ਚੈੱਕ ਵਾਪਸ ਦੇ ਦਿਓ। ਉਹ ਵਾਪਸ ਦਾ ਤਾਂ ਸਵਾਲ ਪੁੱਛਣਾ ਚਾਹੁੰਦੇ ਸੀ। ਉਹ ਬਾਕੀ ਇਹ ਤਾਂ ਹੁਣ ਵਿਧਾਇਕ ਸਾਹਿਬ ਦੱਸ ਸਕਦੇ ਵੀ ਉਹ ਪੈਸੇ ਵਾਪਸ ਕਿਉਂ ਮੰਗ ਰਹੇ ਆ। ਜਦੋਂ ਆਪਾਂ ਕਿਸੇ ਨੂੰ ਡਿਵੈਲਪਮੈਂਟ ਲਈ ਚੈੱਕ ਦੇ ਦਿੱਤਾ ਤਾਂ ਅਸੀਂ ਵਾਪਸ ਕਿਉਂ ਮੰਗ ਰਹੇ ਆ? ਉਹ ਪੰਚਾਇਤਾਂ ਸੀਗੀਆਂ, ਸ਼ਹਿਰ ਵਾਸੀ ਜਿਹੜੇ ਆ ਉਹ ਆਏ ਸੀਗੇ। ਇਹਨਾਂ ਨੇ ਵਾਅਦਾ ਕੀਤਾ ਸੀਗਾ ਜਿਹੜਾ ਕੂੜੇ ਦਾ ਡੰਪ ਆ ਉਹ ਅਸੀਂ ਚੁਕਵਾ ਦਿਆਂਗੇ। ਉਹ ਮਤਾ ਪਏ ਨੂੰ ਵੀ 6 ਮਹੀਨੇ ਦੇ ਵਿੱਚ ਜ਼ਮੀਨ ਨਹੀਂ ਇਹਨਾਂ ਕੋਈ ਖਰੀਦ ਹੋਈ। ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀਗੇ। ਦੇਖੋ ਇਹ ਡਰਦੇ ਨਹੀਂ ਮੀਟਿੰਗ 'ਚ ਆਏ। ਜਿਹੜੇ ਤੁਸੀਂ ਕਰ ਰਹੇ ਆ ਵੀ ਬਈ ਜੀ ਉਹ ਨਛੱਤਰਪਾਲ ਜੀ ਕਿਉਂ ਆਏ, ਉਹ ਵੀ ਲੋਕਾਂ ਦੇ ਨੁਮਾਇੰਦੇ ਆ। ਲੋਕਾਂ ਦੇ ਨੁਮਾਇੰਦੇ, ਲੋਕਤੰਤਰ ਅੰਦਰ ਲੋਕ ਤਰੀਕੇ ਨਾਲ ਸਵਾਲ ਪੁੱਛਣਾ ਅਧਿਕਾਰ ਆ। ਉਹ ਕੋਈ ਮੀਟਿੰਗ ਡਿਸਟਰਬ ਕਰਨੀ ਆ। ਮੀਟਿੰਗ 'ਚ ਅਸੀਂ ਧਰਨੇ ਦੇ ਵਿੱਚ ਸ਼ਾਮਲ ਨਹੀਂ ਸੀਗੇ, ਅਸੀਂ ਮੀਟਿੰਗ ਦੇ ਵਿੱਚ ਗਏ ਸੀਗੇ। ਮੀਟਿੰਗ ਜੇ ਪ੍ਰਧਾਨ ਜੀ ਨੂੰ ਮੈਂ ਤਾਂ ਇਹ ਸਵਾਲ ਕੀਤਾ, ਪ੍ਰਧਾਨ ਜੀ ਮੀਟਿੰਗ ਰੱਖ ਲੈਂਦੇ ਆ, ਮੀਟਿੰਗ ਕੈਂਸਲ ਕਰ ਲੈਂਦੇ ਆ। ਖਾਲਸਾ ਜੀ ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਕਿ ਜ਼ਰੂਰੀ ਥੋੜ੍ਹੇ ਸੀ ਕਿ ਅਸੀਂ ਉੱਥੇ ਰੋਸ ਮਾਰਚ ਕਰਦੇ, ਧਰਨਾ ਲਗਾਉਂਦੇ। ਆਪਾਂ ਵੀ ਕਹਿੰਦੇ ਕੋਡ ਆਫ ਕੰਡਕਟ ਤੋਂ ਪਹਿਲਾਂ ਉਹ ਲਾਸਟ ਮੀਟਿੰਗ ਸੀਗੀ, ਜ਼ਰੂਰੀ ਸੀਗੇ ਕਿ ਜਿਹੜੇ ਜ਼ਰੂਰੀ ਮਤੇ ਆ ਉਹਨਾਂ ਨੂੰ ਪਵਾ ਲਿਆ ਜਾਵੇ। ਤੁਸੀਂ ਮੀਟਿੰਗ ਸ਼ਾਮ ਦੀ ਕਰ ਲੈਂਦੇ, ਜਿਹੜੇ ਮੌਜੂਦਾ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਤੁਸੀਂ ਬੇਨਤੀ ਕਰ ਲੈਂਦੇ ਕਿ ਪ੍ਰਧਾਨ ਜੀ ਆਪਾਂ ਮੀਟਿੰਗ ਜਿਹੜੀ ਉਹ ਸ਼ਾਮ ਨੂੰ ਰੱਖ ਲੈਂਦੇ ਹਾਂ।
ਦੇਖੋ ਪ੍ਰਧਾਨ ਜੀ ਸਾਨੂੰ ਦੱਸ ਦੇ, ਪ੍ਰਧਾਨ ਜੀ ਨੇ ਤਾਂ ਸਾਨੂੰ ਕੈਂਸਲ ਕਰਨ ਬਾਰੇ ਵੀ ਨਹੀਂ ਦੱਸਿਆ। ਕਹਿੰਦੇ ਮੈਂ ਰਾਤੀ ਬੰਦਾ ਭੇਜਿਆ, ਆਪਣੇ ਮੁਲਾਜ਼ਮ ਭੇਜਿਆ। ਇਹੀ ਪੁੱਛਣਾ ਚਾਹੁੰਦਾ ਵੀ ਕਿਆ ਮਿਊਨਿਸਪਲ ਐਕਟ ਦੀਆਂ ਪ੍ਰਧਾਨ ਜੀ ਧੱਜੀਆਂ ਨਹੀਂ ਉਡਾਇਆ ਜਾ ਰਿਹਾ। 10 ਵਜੇ ਤੁਸੀਂ ਰਾਤ ਨੂੰ ਜਿਹੜੇ ਮੁਲਾਜ਼ਮ ਆ ਉਹ ਐਮਸੀਆਂ ਦੇ ਘਰ ਭੇਜੋ ਜੀ, ਪ੍ਰਧਾਨ ਜੀ ਨੂੰ ਜ਼ਰੂਰੀ ਕੰਮ ਪੈ ਗਿਆ। ਰਾਤ ਨੂੰ ਕਿੰਨੇ ਵਜੇ? 10 ਵਜੇ। ਕਿਆ ਇਹ ਲੋਕਤੰਤਰ ਅੰਦਰ ਹੈਗਾ? ਪ੍ਰਧਾਨ ਜੀ ਕੋਲ ਫੋਨ ਹੈ ਨਹੀਂ ਕਿ ਐਮਸੀ ਸਾਹਿਬਾਨ ਦੇ, ਪ੍ਰਧਾਨ ਜੀ ਫੋਨ ਤੇ ਦੱਸ ਦਿੰਦੇ। ਅੱਜ ਤੱਕ ਅਸੀਂ ਪ੍ਰਧਾਨ ਜੀ ਦੀ ਕਿਹੜੀ ਗੱਲ ਮੋੜੀ ਹੈ? ਇੱਕ ਗੱਲ ਬਹੁਤ ਕਰੂਸ਼ਲ ਹੈ, ਇਹ ਮੇਰਾ ਲਾਸਟ ਸਵਾਲ ਹੈ, ਜ਼ਰੂਰ ਦੱਸਿਓ। ਤੁਸੀਂ ਆਪੋਜੀਸ਼ਨ ਵਾਲੇ ਸਾਰੇ ਪਹੁੰਚੇ ਹੋ, ਪ੍ਰਧਾਨ ਜੀ ਨੂੰ ਕੰਮ ਪੈ ਗਿਆ ਪ੍ਰਿਥੀ ਚੰਦ ਦੀ, ਉਹ ਕਹਿੰਦੇ ਸਿਹਤ ਠੀਕ ਨਹੀਂ ਆ। ਜਿਵੇਂ ਸਾਨੂੰ ਪਤਾ ਚੱਲਿਆ ਬਾਕੀ ਮੀਡੀਆ ਕਰਮੀਆਂ ਤੋਂ ਇਹ ਬਿਆਨ ਆਇਆ, ਹੁਣ ਅਸੀਂ ਇਹਨੂੰ ਸਪਸ਼ਟ ਨਹੀਂ ਕਰਦੇ। ਬਾਕੀ ਜਿੰਨੇ ਵੀ ਪਾਰਸ਼ਦ ਨੇ ਉਹ ਕਿਉਂ ਨਹੀਂ ਆਏ? ਦੇਖੋ ਕਿ ਉਹ ਸੰਤੁਸ਼ਟ ਨੇ, ਉਹਨਾਂ ਦੇ ਵਾਰਡ ਦੇ ਜਿੰਨੇ ਲੋਕ ਨੇ ਕਿ ਉਹ ਸਾਰੇ ਖੁਸ਼ ਨੇ ਤਰੱਕੀ ਤੋਂ? ਦੇਖੋ ਉਹਦਾ ਕਾਰਨ ਮੈਂ ਪਹਿਲਾਂ ਦੱਸਿਆ ਵੀ ਸਲੋ ਤੋਂ ਜਿਹੜੀ ਆ ਉਹ ਘੰਟੀ ਵੱਜਦੀ ਆ, ਉੱਥੋਂ ਘੰਟੀ ਵੱਜ ਗਈ ਮੈਂ ਮੀਟਿੰਗ 'ਚ ਨਹੀਂ ਜਾਣਾ। ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ, ਪ੍ਰਧਾਨ ਸਾਹਿਬ ਨੂੰ ਮੈਨੂੰ ਕਹਿਣਾ ਤਾਂ ਨਹੀਂ ਦਿਲ ਕਰਦਾ ਸੀ, ਪ੍ਰਧਾਨ ਸਾਹਿਬ ਅੱਧੇ ਘੰਟੇ ਬਾਅਦ ਸ਼ਹਿਰ 'ਚ ਘੁੰਮਦੇ ਆ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਆ ਵੀ ਮੈਂ ਚੰਡੀਗੜ੍ਹ ਸੀਗਾ। ਦੇਖੋ ਕਿੱਡੀ ਹਾਸੋਹੀਣ ਗੱਲ ਆ। ਇੱਕ ਮੀਟਿੰਗ ਜਦੋਂ ਰੱਖਦੇ ਆ ਤੁਹਾਨੂੰ ਉਦੋਂ ਕੰਮ ਨਹੀਂ ਚੇਤੇ ਆਉਂਦਾ, ਫਿਰ ਕਹਿੰਦੇ ਜੀ ਮੁਲਾਜ਼ਮਾਂ ਦੇ ਜ਼ਰੂਰੀ ਮਦਦ ਸੀਗੇ ਤਾਂ ਕਰਕੇ ਗਿਆ। ਜਿਹੜੀ ਮੀਟਿੰਗ ਰੱਖੀ ਗਈ ਸੀਗੀ ਉਹ ਸਾਰੇ ਮੁਲਾਜ਼ਮਾਂ ਨਾਲ ਸੰਬੰਧਿਤ ਕੰਮ ਸੀਗੇ, ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਵਾਧਾ ਕਰਨਾ ਸੀਗਾ ਸਮੇਂ ਕਾਰਜਕਾਲ ਦਾ। ਜੇ ਅੱਜ ਉਹ ਮਤੇ ਉਸ ਦਿਨ ਅਸੀਂ ਪਾਸ ਕਰ ਦਿੱਤੇ ਤੇ ਉਹ ਮੁਲਾਜ਼ਮਾਂ ਨੂੰ ਤਨਖਾਹ ਮਿਲ ਜਾਊਗੀ। ਤੁਸੀਂ ਪ੍ਰਧਾਨ ਜੀ ਨੂੰ ਪੁੱਛਿਆ ਜਿਹੜਾ ਕੰਮ ਕਰਾਉਣ ਚੰਡੀਗੜ੍ਹ ਗਏ ਸੀ ਕਿ ਉਹ ਸਫਲ ਹੋ ਗਿਆ? ਦੇਖੋ ਪ੍ਰਧਾਨ ਜੀ ਅੱਧੇ ਘੰਟੇ ਬਾਅਦ ਤਾਂ ਸ਼ਹਿਰ ਦੇ ਵਿੱਚ ਘੁੰਮਦੇ ਸੀਗੇ, ਸਾਨੂੰ ਤਾਂ ਪਤਾ ਨਹੀਂ ਕਦੋਂ ਚੰਡੀਗੜ੍ਹ ਗਏ ਕਦੋਂ ਵਾਪਸ ਆ ਗਏ। ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ ਐਮਐਲਏ ਸਾਹਿਬ ਦੀ ਜੀ, ਤੇ ਉਹ ਮੈਨੂੰ ਲੱਗਦਾ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਪ੍ਰਧਾਨ ਜੀ, ਕਿਉਂਕਿ ਮੀਟਿੰਗ ਰੱਖ ਕੇ ਪ੍ਰਧਾਨ ਜੀ ਇੱਕ ਵਾਰ ਨਹੀਂ 2 ਵਾਰ, ਮੈਂ ਤਾਂ ਦੱਸਿਆ ਪਹਿਲੀ ਗੱਲ ਤਾਂ ਮੀਟਿੰਗ ਰੱਖਣ ਤੋਂ ਡਰਦੇ ਆ। 3-3 ਮਹੀਨੇ ਮੀਟਿੰਗ ਨਹੀਂ ਕਰਨੀ, 2-2 ਮਹੀਨੇ ਮੀਟਿੰਗ ਨਹੀਂ ਕਰਨੀ। ਲੋਕਾਂ ਦੇ ਕਹਿੰਦੇ ਪ੍ਰੋਟੋਕਾਲ ਸੇ ਕਹਿੰਦੇ ਨੇ ਕਿ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਆ। ਮੈਂ ਮਿਊਨਿਸਪਲ ਐਕਟ ਦੇ ਵਿੱਚ ਬਕਾਇਦਾ ਲਿਖਿਆ ਹੈ ਵੀ ਮੰਥਲੀ ਮੀਟਿੰਗ ਕਰਨਾ ਜ਼ਰੂਰੀ ਆ। ਮੈਨੂੰ ਲੱਗਦਾ ਵੀ ਪ੍ਰਧਾਨ ਜੀ ਨੂੰ ਇਹ ਲੱਗਦਾ ਵੀ ਮੈਂ ਡਿਵੈਲਪਮੈਂਟ ਹੀ ਇੰਨੀ ਕਰਾਤੀ ਵੀ ਨਗਰ ਕੌਂਸਲ ਦੀ ਮੀਟਿੰਗ ਕਰਨੀ ਜ਼ਰੂਰੀ ਹੈ ਨਹੀਂ ਗੀ। ਦੇਖੋ ਪਰ ਹੁਣ ਤਾਂ ਤੁਹਾਨੂੰ ਲੱਗਦਾ ਕਿ ਇੱਕ ਡਿਬੇਟ, ਇੱਕ ਡਿਸਕਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਪ੍ਰਧਾਨ ਜੀ ਨਾਲ ਬੈਠ ਕੇ? ਦੇਖੋ ਪ੍ਰਧਾਨ ਜੀ ਸਾਡੇ ਸਤਿਕਾਰਯੋਗ ਆ, ਜਦੋਂ ਮਰਜ਼ੀ ਬਹਿ ਕੇ ਗੱਲ ਕਰ ਲੈਣ। ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਵੀ ਖਾਲਸਾ ਜੀ ਜਦੋਂ ਚੈਨਲ ਚੱਲ ਪੈਂਦਾ ਤੇ ਉਦੋਂ ਇਹ ਸਵਾਲ ਕਰਦੇ ਆ। ਦੇਖੋ ਜਦੋਂ ਉਹ ਵੀ ਜਵਾਬ ਦਿੰਦੇ ਆ ਉਹ ਵੀ ਕੈਮਰੇ ਸਾਹਮਣੇ ਦਿੰਦੇ ਆ, ਉਹ ਸਾਡੇ ਸਾਹਮਣੇ ਆ ਕੇ ਦੇ ਦਿੰਦੇ। ਉਹਨਾਂ ਨੂੰ ਐਡਾ ਕਿਹੜਾ ਡਰ ਸਤਾਉਂਦਾ? ਜਦੋਂ ਤੁਸੀਂ ਇੰਨੇ ਦੁੱਧ ਨਾਲ ਧੋਤੇ ਆ, ਇੰਨੀ ਜੇ ਤੁਸੀਂ ਰੇਲਵੇ ਰੋਡ ਦੀ ਸੜਕ 'ਤੇ ਪੈਸੇ ਖਾ ਗਏ ਆ, ਤੁਸੀਂ ਚੋਰ ਦਰਵਾਜ਼ੇ ਰਾਹੀਂ ਪੈਸੇ ਦਿੱਤੇ, ਤਾਂ ਜਨਤਾ ਨੂੰ ਜਵਾਬ ਦਿਓ। ਜਨਤਾ ਜਵਾਬ ਮੰਗ ਸਕਦੀ ਆ। ਅਸੀਂ ਚੁਣੇ ਕੌਂਸਲਰ ਆ, ਸੜਕਾਂ ਟੁੱਟ ਗਈਆਂ ਸਾਡੇ ਵਾਰਡਾਂ 'ਚ ਬਣਾਈਆਂ, ਤੇ ਅਸੀਂ ਪੁੱਛਣ ਦਾ ਅਧਿਕਾਰ ਰੱਖਦੇ ਹਾਂ। ਔਰ ਤੀਜਾ ਸਾਡਾ ਕੁਐਸਚਨ ਸੀ ਨੀਲੇ ਕਾਰਡ। ਦੇਖੋ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ ਗਿਆ, ਲੋਕ ਵਿਚਾਰੇ ਇੱਕ ਉਸ ਦਿਨ ਮਾਈ ਆਈ, ਮੇਰਾ ਆਪਣੇ ਅਥਰੂ ਨਿਕਲ ਗਏ। 150 ਰੁਪਇਆ ਖਰਚ ਕੇ ਵਿਧਾਇਕ ਸਾਹਿਬ ਦੀ ਕੋਠੀ ਗਈ, ਤੇ ਵਿਧਾਇਕ ਸਾਹਿਬ ਦੇ ਉੱਥੇ ਪਤਾ ਨਹੀਂ ਪੀਏ ਸੀਗੇ, ਉਹਨਾਂ ਨੇ ਕਹਿਤਾ ਜੀ ਤੁਹਾਡੇ ਐਮਸੀ ਨੂੰ ਜਿਹੜਾ ਆ ਉਹ ਸਟicker ਦਿੱਤਾ ਗਿਆ। ਉਹ ਵਿਚਾਰੀ ਘਰ ਆਈ, ਮੈਂ ਕਿਹਾ ਮਾਤਾ ਮੈਨੂੰ ਕੋਈ ਸਟicker ਨਹੀਂ ਦਿੱਤਾ। ਇਹ ਸਵਾਲ ਅਸੀਂ ਪੁੱਛਣਾ ਚਾਹੁੰਦੇ ਸੀਗੇ ਪ੍ਰਧਾਨ ਸਾਹਿਬ ਨੂੰ, ਵਿਧਾਇਕ ਸਾਹਿਬ ਨੂੰ, ਵੀ ਜਿਹੜੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ। ਪ੍ਰਧਾਨ ਸਾਹਿਬ ਦੀ ਮੈਂ ਇੰਟਰਵਿਊ ਦੇਖ ਰਿਹਾ ਸੀ, ਕਹਿੰਦੇ ਜੀ ਇਹਨਾਂ ਨੇ ਗੱਡੀਆਂ ਵਾਲਿਆਂ ਦੇ ਬਣਾਤੇ, ਦੂਜਿਆਂ ਦੇ ਬਣਾਤੇ। ਅਸੀਂ ਤਾਂ ਸਾਰਿਆਂ ਦੇ ਬਣਾਏ ਸੀਗੇ, ਤੁਸੀਂ ਤਾਂ ਸਿਰਫ ਉਹਨਾਂ ਦੇ ਬਣਾਏ ਜਿਹੜੇ ਕਾਂਗਰਸੀ ਸੀਗੇ। ਅਸੀਂ ਇਹ ਦੇਖਿਆ ਸੀ ਵੀ ਜਿਹੜਾ ਲੋੜਵੰਦ ਆ, ਅਸੀਂ ਲੋੜਵੰਦ ਦੇ ਬਣਾਏ ਸੀਗੇ। ਗੁੰਮਰਾਹ ਤੁਸੀਂ ਲੋਕਾਂ ਨੂੰ ਕਰ ਰਹੇ ਆ। ਤੁਸੀਂ ਲੋਕਾਂ ਦੇ ਨਾਲ ਰਾਜਨੀਤੀ ਖੇਡੀ, ਲੋਕਾਂ ਨੂੰ ਇਹ ਕਿਹਾ ਵੀ ਸੰਬੰਧਿਤ ਐਮਸੀ ਦੇ ਕੋਲ ਉਹ ਸਟicker ਪਏ ਆ, ਤੇ ਲੋਕ ਵਿਚਾਰੇ ਇੱਥੋਂ ਤਰਾਹ ਕਰਕੇ ਜਾਂਦੇ ਸੀ। ਜਦੋਂ ਅਸੀਂ ਸੱਚਾਈ ਦੱਸਦੇ ਸੀਗੇ ਤਾਂ ਉਹ ਵਿਚਾਰੇ ਕਹਿੰਦੇ ਸੀਗੇ ਵੀ ਘੱਟੋ ਘੱਟ ਸਾਨੂੰ ਖੱਜਲ ਨਾ ਕਰ, ਨਹੀਂ ਬਣਾਉਣਾ ਨਾ ਬਣਾਉਣ। ਘੱਟੋ ਘੱਟ ਜਿਹੜਾ ਬੰਦਾ 150 ਰੁਪਇਆ ਗਰੀਬ ਲਾ ਕੇ ਗਿਆ, ਦਿਹਾੜੀ ਵੀ ਟੁੱਟ ਜਾਂਦੀ, ਉਹਦੀ ਦਿਹਾੜੀ ਵੀ ਟੁੱਟ ਗਈ। ਤੇ ਕਦੇ ਕਹਿੰਦੇ ਆ ਜੀ ਲੋਕ ਜਿਹੜਾ ਸਟicker ਆ ਉੱਥੇ ਆ। ਤੇ ਇਸ ਲੋਕੀ ਇਹ ਸਵਾਲ ਹੀ ਸੀਗੇ, ਜੇ ਜਨਤਾ ਦੇ ਵਿੱਚ ਆ ਕੇ ਜਵਾਬ ਦਿੰਦੇ ਤੇ ਅਸੀਂ ਤਾਂ ਬੰਦੇ ਲੈ ਕੇ ਆਉਂਦੇ ਸੀਗੇ। ਜੇ ਪ੍ਰਧਾਨ ਸਾਹਿਬ ਜਿਹੜਾ ਵਿਧਾਇਕ ਸਾਹਿਬ ਸੱਚਾਈ ਸੀਗੀ ਤਾਂ ਉੱਥੇ ਲੋਕੀ ਖੜੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਮੋੜਿਆ। ਉਹ ਲੋਕ ਉੱਥੇ ਹਾਜ਼ਰ ਸੀਗੇ ਜਿਨ੍ਹਾਂ ਨੂੰ ਇਹ ਗੱਲ ਕਹੀ ਗਈ ਕਿ ਭਾਈ ਤੁਹਾਡੇ ਜਿਹੜੇ ਸਟicker ਆ ਤੁਹਾਡੇ ਸੰਬੰਧਿਤ ਐਮਸੀ ਨੂੰ ਦਿੱਤੇ ਆ। ਤੇ ਅਸੀਂ ਇਹੀ ਪੁੱਛਣਾ ਚਾਹੁੰਦੇ ਸੀ, ਦੱਸੋ ਇਹਦਾ ਮਤਲਬ ਤੁਸੀਂ ਉਹ ਵੀ ਜਿਹੜੇ ਕਾਂਗਰਸ ਤੋਂ ਨਕਾਰੇ ਲੋਕ ਆ ਉਹਨਾਂ ਨੂੰ ਇਹ ਸਟicker ਦਿੱਤੇ ਗਏ ਸੀਗੇ ਤਾਂ ਕਿ ਉਹ ਆਪਣੀਆਂ ਵੋਟਾਂ ਪੱਕੀਆਂ ਕਰ ਸਕਣ। ਜਿਹੜੇ ਉਹਨਾਂ ਦੇ ਆਪਣੇ ਚਹੇਤੇ ਆ ਉਹਨਾਂ ਨੂੰ ਸਟicker ਦਿੱਤੇ ਜਾਣ। ਜਿਹੜੇ ਅਕਾਲੀ ਦਲ ਜਾਂ ਵਿਰੋਧੀ ਧਿਰ ਦੇ ਕੌਂਸਲਰ ਉਹ ਬਦਨਾਮ ਕੀਤਾ ਜਾਵੇ ਵੀ ਤੁਹਾਨੂੰ ਜਾਣਬੁੱਝ ਕੇ ਨਹੀਂ ਸਟicker ਦਿੰਦੇ। ਚਲੋ ਖਾਲਸਾ ਜੀ ਬਹੁਤ ਸਮਾਂ ਦਿੱਤਾ ਔਰ ਕਾਫੀ ਤੁਸੀਂ ਜਿਹੜੇ ਆਪਣੇ ਸਵਾਲ ਹੈ ਉਹ ਸਪਸ਼ਟ ਕਰ ਦਿੱਤੇ, ਜਿਹੜੇ ਤੁਹਾਡੇ ਮਨ ਦੇ ਭਾਵ ਆ, ਜੋ ਵੀ ਤੁਹਾਨੂੰ ਲੱਗਦਾ ਆ ਕਿ ਜਿਹੜੇ ਸਵਾਲਾਂ ਨਾਲ ਆਮ ਜਨਤਾ ਦਾ ਭਲਾ ਹੋ ਸਕਦਾ, ਤੁਸੀਂ ਉਹ ਪੁੱਟ ਅਪ ਕੀਤੇ ਆ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਸ਼ੁਕਰੀਆ ਕਰਦੇ ਹਾਂ। ਔਰ ਆਮ ਜਨਤਾ ਨੂੰ ਵੀ ਇਹੀ ਕਹਿਣਾ ਚਾਹੁੰਦੇ ਹਾਂ, ਜਿਵੇਂ ਇਹਨਾਂ ਨੇ ਹੰਝੂ ਦੀ ਗੱਲ ਕੀਤੀ ਹੈ, ਕਿਉਂਕਿ ਆਪਾਂ ਇਮੋਸ਼ਨਲ ਹੋ ਜਾਂਦੇ ਹਾਂ, ਇਮੋਸ਼ਨਲ ਬੰਦੇ, ਜਜ਼ਬਾਤੀ ਬੰਦੇ ਆ, ਤਾਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਹਰ ਇੱਕ ਦੇ ਮੂਹਰੇ ਵੀ ਨਹੀਂ ਰੋਣਾ ਚਾਹੀਦਾ ਔਰ ਹਰੇਕ ਨੂੰ ਆਪਣਾ ਦਰਦ ਵੀ ਨਾ ਦਿਖਾਇਆ ਕਰੋ, ਕਿਉਂਕਿ ਪਤਾ ਨਹੀਂ ਯਾਰ ਕਿਹੜਾ ਬੰਦਾ ਤੁਹਾਡੇ ਲਈ ਮਲਮ ਲਈ ਫਿਰਦਾ ਅਤੇ ਕਿਹੜਾ ਲੂਣ ਲਈ ਫਿਰਦਾ। ਪਰ ਜਿਵੇਂ ਪਰਮ ਖਾਲਸਾ ਜੀ ਨੇ ਗੱਲ ਕਹੀ ਹੈ, ਅਸੀਂ ਕਿਸੇ ਦੇ ਵੀ ਨਾਲ ਨਹੀਂ ਆ, ਅਸੀਂ ਤਾਂ ਸਿਰਫ ਤੁਹਾਡੇ ਨਾਲ ਆ। ਮੀਡੀਆ ਹਮੇਸ਼ਾ ਆਮ ਜਨਤਾ ਦਾ ਹੋਣਾ ਚਾਹੀਦਾ।
ਪਰ ਖਾਲਸਾ ਜੀ, ਜਿਵੇਂ ਤੁਸੀਂ ਵੀ ਆਪਣੀ ਗੱਲ ਰੱਖ ਰਹੇ ਹੋ, ਪ੍ਰਧਾਨ ਜੀ ਵੀ ਰੱਖਦੇ ਆ, ਸਾਨੂੰ ਨਹੀਂ ਪਤਾ ਕੌਣ ਸੱਚਾ ਕੌਣ ਝੂਠਾ, ਲੇਕਿਨ ਦੋ ਜਾਣਿਆਂ ਨੂੰ ਪਤਾ ਹੁੰਦਾ ਕਿ ਸੱਚਾ ਕੌਣ ਹੈ, ਇੱਕ ਅੰਤਰ ਆਤਮਾ ਨੂੰ, ਦੂਜਾ ਪਰਮਾਤਮਾ ਨੂੰ। ਔਰ ਅੰਤਰ ਆਤਮਾ ਤੁਹਾਡੀ ਵੀ ਤੁਹਾਡੇ ਕੋਲ ਹੈ, ਪ੍ਰਧਾਨ ਜੀ ਦੀ ਉਹਨਾਂ ਕੋਲ ਹੈ, ਔਰ ਜਿਹੜਾ ਪਰਮਾਤਮਾ ਹੈ ਉਹ ਜਿਹੜੀ ਜਨਤਾ ਘਰ ਬੈਠ ਕੇ ਦੇਖ ਰਹੀ ਉਹਦੇ ਦਿਲ ਵਿੱਚ ਵੱਸਦਾ। ਉਹਨਾਂ ਨੇ ਫੈਸਲਾ ਕਮੈਂਟਾਂ ਵਿੱਚ ਕਰ ਦੇਣਾ। ਔਰ ਉਮੀਦ ਕਰਦੇ ਆ ਕਿ ਜੇ ਤੁਸੀਂ ਸੱਚ ਦੀ ਲੜਾਈ ਲੜ ਰਹੇ ਹੋ ਤਾਂ ਜ਼ਰੂਰ ਜਨਤਾ ਦਾ ਭਲੇ ਦੀ ਜ਼ਰੂਰ ਸੋਚਿਓ। ਦੇਖੋ, ਅਸੀਂ ਹਮੇਸ਼ਾ, ਕੋਈ ਮੇਰੀ ਨਿੱਜੀ ਲੜਾਈ ਨਹੀਂ ਹੈਗੀ, ਨਾ ਕੋਈ ਪੋਲੀਟੀਕਲ ਲੜਾਈ ਹੈ, ਨਾ ਕੋਈ ਰੰਜਿਸ਼ ਆ। ਜੇ ਹੱਕ ਸੱਚ ਦੀ ਗੱਲ ਕਰਨਾ, ਪ੍ਰਧਾਨ ਜੀ ਸਾਡੇ ਲਈ ਇਹ ਸ਼ਬਦ ਵਰਤਦੇ ਆ ਕਿ ਇਹ ਮੀਡੀਆ ਅੱਗੇ ਆ ਕੇ ਜਿਹੜੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਆ ਜਾਂ ਨੰਬਰ ਬਣਾਉਂਦੇ, ਜੋ ਵੀ ਉਹਨਾਂ ਨੇ ਕਿਹਾ ਸਾਡੇ ਸਤਿਕਾਰਯੋਗ ਆ ਪ੍ਰਧਾਨ ਜੀ, ਕੋਈ ਗੱਲ ਨਹੀਂ, ਉਹ ਜਿਹੜੇ ਮਰਜ਼ੀ ਸ਼ਬਦਾਵਲੀ ਸਾਡੇ ਲਈ ਵਰਤ ਲੈਣ, ਸਾਨੂੰ ਮਨਜ਼ੂਰ ਆ। ਲੇਕਿਨ ਹੱਕ ਸੱਚ ਦੀ ਆਵਾਜ਼ ਹਮੇਸ਼ਾ ਉਠਾਵਾਂਗੇ। ਲੋਕਾਂ ਦੇ ਸਾਨੂੰ ਚੁਣਿਆ ਆਪਣੇ ਕੰਮਾਂ ਦੇ ਲਈ, ਸਾਡਾ ਅਧਿਕਾਰ ਆ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ। ਲੋਕਾਂ ਨੇ, ਜਨਤਾ ਨੇ ਦੱਸ ਦੇਣਾ ਕੌਣ ਸੱਚਾ ਆ ਕੌਣ ਝੂਠਾ ਆ। ਕਮੈਂਟਸ ਤਾਂ ਦੇਖੋ, ਜਿਹੜਾ ਕੋਈ ਮੇਰਾ ਹਤੈਸ਼ੀ ਹੋਊਗਾ ਮੇਰੇ ਕਮੈਂਟਸ ਕਰ ਦੂਗਾ, ਜਿਹੜਾ ਕਾਂਗਰਸੀ ਉਹ ਪਤਾ ਲੱਗ ਜਾਂਦਾ। ਖਾਲਸਾ ਜੀ, ਹੁਣ ਸਾਨੂੰ ਵੀ ਪਤਾ ਲੱਗ ਜਾਂਦਾ ਜਿਹੜੇ ਕਾਂਗਰਸ ਹਮੈਤੀ ਕੌਣ ਨੇ, ਅਕਾਲੀ ਹਮੈਤੀ ਕੌਣ ਨੇ, ਆਪ ਹਮੈਤੀ ਕੌਣ ਨੇ, ਸਾਨੂੰ ਵੀ ਪਤਾ ਚੱਲ ਜਾਂਦਾ। ਜਾਂ ਸਾਨੂੰ ਵੀ ਕਿਹੜੇ ਹੇਟ ਕਰਦੇ ਨੇ, ਅਸੀਂ ਤਾਂ ਹੁਣ ਬਲੌਕ ਕਰ ਦਿੰਦੇ ਹਾਂ। ਲੇਕਿਨ ਜਿਹੜੀ ਆਮ ਜਨਤਾ ਆ, ਸੱਚਾ ਬੰਦਾ, ਉਹਦਾ ਵੀ ਪਤਾ ਚੱਲ ਜਾਂਦਾ, ਉਹ ਵੀ ਛੁਪਿਆ ਨਹੀਂ ਰਹਿੰਦਾ। ਤੁਸੀਂ, ਮੈਂ ਕਹਿੰਦਾ ਜਨਤਾ ਜਨਾਰਦਨ ਆ, ਲੋਕਾਂ ਦੀ ਕਚਹਿਰੀ 'ਚ ਜਾਣਾ। ਅਸੀਂ ਪਹਿਲਾਂ ਵੀ ਜਿੱਤ ਕੇ ਆਏ ਹਾਂ, ਹੁਣ ਫਿਰ ਆ ਗਈ ਇਲੈਕਸ਼ਨ, ਫਿਰ ਜਾਵਾਂਗੇ। ਲੋਕਾਂ ਨੇ ਜਿਹੜਾ ਸੱਚ ਹੱਕ ਆ, ਜਿਹੜੀਆਂ ਗੱਲਾਂ ਕੀਤੀਆਂ, ਲੋਕ ਜਾਣਦੇ ਆ ਵੀ ਸੱਚ ਕੌਣ ਬੋਲ ਰਿਹਾ, ਝੂਠ ਕੌਣ ਬੋਲ ਰਿਹਾ, ਲੋਕਾਂ ਨੂੰ ਗੁੰਮਰਾਹ ਕੌਣ ਕਰ ਰਿਹਾ, ਉਹ ਲੋਕਾਂ ਨੇ ਆਪੇ ਦੱਸ ਦੇਣਾ ਜੀ। ਚਲੋ, ਇਹ ਬਹੁਤ ਚੰਗੀ ਗੱਲ ਹੈ ਜੀ। ਜਿਵੇਂ ਖਾਲਸਾ ਜੀ ਨੇ ਕਿਹਾ, ਸਭ ਤੋਂ ਵੱਡਾ ਸਾਡੀ ਜਨਤਾ, ਸਭ ਤੋਂ ਪਿਆਰੀ, ਸਭ ਤੋਂ ਚੰਗੀ ਸਾਡੀ ਆਮ ਪਬਲਿਕ। ਤੁਸੀਂ ਬਣੇ ਰਹਿਣਾ ਜੀ ਵਿਪੱਤੀ ਨਵਾਂ ਸ਼ਹਿਰ ਨਾਲ। ਆਪਣੇ ਛੋਟੇ ਵੀ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ ਖਾਲਸਾ ਜੀ ਨੂੰ ਦਿਓ ਇਜਾਜ਼ਤ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।